ਵਾਹਿਗੁਰੂ। ਸਾਹਿਬ ਜੀਓ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਸ਼੍ਰੀ ਗੁਰੂ ਰਾਮਦਾਸ ਗੁਣ ਗਾਨ, ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਭ ਸੁਮਤ ਪਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨਰਾਗ। ਏਕ ਓੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਸਾਹਿਬ ਜੀਓ, ਸਿੱਖ ਕੇ ਕੰਜਾ ਸੁਨਿਓ ਪ੍ਰਸੰਗ, ਗੁਰਗਣ ਸੰਗ ਪਰ ਗੁਰ ਜੰਗ। ਜੋਦ ਆਪਨੋ ਪਤ ਸਮਝਾਇਓ, ਭਲੀ ਕਰੀ ਤਮ ਮਨ ਭਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਭਗਤ ਵਸ਼ਲ
ਜਗਤ ਜਲੰਦੇ ਨੂੰ ਤਾਰਨ ਹਾਰੇ। 10 ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ ਗਿਆਨ ਦੇ ਮੁਜੱਸਮੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਗਤ ਗੁਰੂ ਸ਼ਬਦ ਗੁਰੂ, ਤਿੰਨਾਂ ਦੀ ਪਵਿੱਤਰ ਮੁਕੱਦਸ ਬਾਰਗਾਹ ਅੰਦਰ ਪੰਚਮ ਪਾਤਸ਼ਾਹ ਬਾਣੀ ਕੇ ਬੋਹੇ ਥੇ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸੰਤ ਸਿਪਾਹੀ ਦਾਤਾ ਬੰਦੀ ਛੋੜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਚਰਨ ਛੋਹ ਇਤਿਹਾਸਕ ਮਹਾਨ ਅਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਸ਼ਾਮ ਦੇ ਵੇਲੇ ਦੇ ਨਿਯਤ ਦੀ ਤਰ੍ਹਾਂ ਦੀਵਾਨ ਆਰੰਭ ਹੋਏ ਹਨ ਔਰ ਆਪਾਂ ਸਭ ਤੋਂ ਪਹਿਲਾਂ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕਰਕੇ ਲੜੀਵਾਰ ਗੁਰ ਇਤਿਹਾਸ ਸਰਵਣ ਕਰਦੇ ਹਾਂ। ਸਮਾਂ ਹੋ ਚੁੱਕਾ ਹੈ ਸਤਿਗੁਰੂ ਜੀ ਰਹਿਮਤ ਕਰਨ, ਇਕਾਗਰਤਾ ਸਹਿਤ ਇਤਿਹਾਸ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਪਿਛਲੇ ਪ੍ਰਸੰਗ ਦੇ ਵਿੱਚ ਆਪਾਂ ਇਹ ਬਚਨ ਸਰਵਣ ਕਰ ਰਹੇ ਸੀ ਕਿ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਦੇ ਗਰੀਬ ਨਿਵਾਜ ਸਤਿਗੁਰਾਂ ਨੇ ਹੁਕਮ ਦੇ ਕਰਕੇ ਬਾਬਾ ਬਿਧੀ ਚੰਦ ਜੀ ਨੂੰ ਲਾਹੌਰ ਤੋਂ 2 ਆਪਣੇ ਜਿਹੜੇ ਘੋੜੇ ਕਦੇ ਖੋਏ ਗਏ ਸਨ ਉਹ ਮੰਗਵਾ ਲਏ ਹਨ। ਦਿਲਬਾਗ ਤੇ ਗੁਲਬਾਗ ਘੋੜਾ ਵਾਰੀ-ਵਾਰੀ ਜਾ ਕੇ ਜਦੋਂ ਬਿਧੀ ਚੰਦ ਜੀ ਲਾਹੌਰ ਦੇ ਕਿਲ੍ਹੇ ਦੇ ਵਿੱਚੋਂ, ਬਾਦਸ਼ਾਹ ਦੇ ਕਿਲ੍ਹੇ ਦੇ ਵਿੱਚੋਂ ਕੱਢ ਲਿਆਏ ਹਨ ਤੇ ਬਾਦਸ਼ਾਹ ਉਸ ਵੇਲੇ ਬੜਾ ਦੁਖੀ ਹੋਇਆ ਹੈ, ਬਹੁਤ ਗੁੱਸੇ ਦੇ ਵਿੱਚ ਆਇਆ ਹੈ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬਾਬਾ ਬਿਧੀ ਚੰਦ ਜੀ ਪਹੁੰਚ ਗਏ ਸਨ ਤੇ ਸਤਿਗੁਰਾਂ ਨੂੰ ਆ ਕੇ ਬਾਬਾ ਬਿਧੀ ਚੰਦ ਜੀ ਨੇ ਇਹ ਬਚਨ ਕੀਤਾ, ਕਹਿਣ ਲੱਗਿਆ, ਹੈ ਪਾਤਸ਼ਾਹ ਘੋੜੇ ਤਾਂ ਮੈਂ ਕੱਢ ਲਿਆਇਆ ਹਾਂ, ਪਰ ਜਿਹੜਾ ਬਾਦਸ਼ਾਹ ਹੈ ਇੰਨੇ ਕੋ ਗੁੱਸੇ ਦੇ ਵਿੱਚ ਹੈ, ਉਹਦੀ ਹਉਮੈ ਨੂੰ ਏਡੀ ਵੱਡੀ ਸੱਟ ਵੱਜੀ ਹੈ ਕਿ ਉਹ ਕਹਿ ਰਿਹਾ ਸੀਗਾ ਕਿ ਘੋੜੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਣਗੇ, ਪਹਾੜਾਂ ਦੇ ਵਿੱਚ, ਕਿਸੇ ਵੀ ਬਾਦਸ਼ਾਹ ਦੇ ਕੋਲ, ਰਾਜੇ ਦੇ ਕੋਲ, ਤਾਂ ਮੈਂ ਆਪਣੀ ਤਾਕਤ ਵਰਤ ਕੇ ਘੋੜੇ ਨਹੀਂ ਛੱਡਾਂਗਾ ਤੇ ਜਿਹੜਾ ਕੋਈ ਘੋੜੇ ਲੈ ਕੇ ਗਿਆ ਹੈ ਉਹਨੂੰ ਵੀ ਭਾਰੀ ਸਜ਼ਾ ਦੇਵਾਂਗਾ, ਮੈਂ ਬਖਸ਼ਾਂਗਾ ਨਹੀਂ, ਉਹਨਾਂ ਚਿਰ ਬੈਠਾਂਗਾ ਨਹੀਂ। ਇਹ ਪਾਤਸ਼ਾਹ ਤੇ ਮੈਂ ਆਉਣ ਲੱਗਿਆਂ ਦੱਸ ਕੇ ਵੀ ਆਇਆ ਹਾਂ ਤੇ ਮੈਨੂੰ ਪਤਾ ਹੈ ਕਿ ਬਾਦਸ਼ਾਹ ਦੀ ਜਿਹੜੀ ਸੈਨਾ ਹੈ, ਵੱਡੀ ਸੈਨਾ, ਉਹ ਛੇਤੀ ਆ ਜਾਵੇਗੀ ਤੇ ਬਹੁਤ ਵੱਡਾ ਹੁਣ ਯੁੱਧ ਹੋਏਗਾ। ਇਸ ਕਰਕੇ ਸਤਿਗੁਰੂ ਜੀ ਸਾਨੂੰ ਤਿਆਰੀ ਕਰ ਲੈਣੀ ਚਾਹੀਦੀ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸੇ ਵੇਲੇ ਆਪਣੀ ਜਿਹੜੀ ਸੈਨਾ ਹੈ ਉਹਨੂੰ ਸੁਚੇਤ ਕੀਤਾ ਕਿ ਭਾਈ ਕਦੇ ਵੀ ਬਾਦਸ਼ਾਹ ਦੀ ਜਿਹੜੀ ਸ਼ਾਹੀ ਫੌਜ ਹੈ ਉਹ ਆ ਸਕਦੀ ਹੈ ਤੇ ਸਤਿਗੁਰੂ ਜੀ ਉਸ ਵੇਲੇ ਕਾਂਗੜ ਨਗਰ ਦੇ ਵਿੱਚ ਰਾਏ ਜੋਧ ਸ਼ਾਹ ਦੇ ਕੋਲ, ਸਰਦਾਰ ਦੇ ਕੋਲ ਪਹੁੰਚੇ ਹੋਏ ਸਨ ਤੇ ਸਤਿਗੁਰਾਂ ਨੇ ਰਾਏ ਜੋਧ ਨੂੰ ਆਪਣੇ ਕੋਲ ਸੱਦਿਆ ਹੈ ਤੇ ਪਾਤਸ਼ਾਹ ਜੀ ਕਹਿਣ ਲੱਗੇ, ਹੇ ਰਾਏ ਜੋਧ, ਸਾਨੂੰ ਦੱਸ ਕਿ ਕਿਹੜੀ ਤੁਹਾਡੇ ਇਸ ਇਲਾਕੇ ਦੇ ਵਿੱਚ ਕੋਈ ਚੰਗੀ ਜਗ੍ਹਾ ਹੈ ਜਿੱਥੇ ਜੰਗ ਕਰਨਾ ਸੌਖਾ ਹੋਵੇ, ਜਿੱਥੇ ਵੱਡੀ ਫੌਜ ਦਾ ਮੁਕਾਬਲਾ ਸੌਖੇ ਢੰਗ ਦੇ ਨਾਲ ਕੀਤਾ ਜਾ ਸਕਦਾ ਹੋਵੇ। ਤੇ ਉਸ ਵੇਲੇ ਫਿਰ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤਿੰਨਾਂ ਦੇ ਚਰਨਾਂ ਦੇ ਵਿੱਚ ਰਾਏ ਜੋਧ ਨੇ ਇੱਕ ਜਗ੍ਹਾ ਦੱਸੀ ਹੈ
माइक बदल दो, माइक ही बदल दो, और कोई माइक ले आओ। वाहिगुरु वाहिगुरु। गरीब निवाज ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤਿੰਨਾਂ ਦੇ ਚਰਨਾਂ ਦੇ ਵਿੱਚ ਰਾਏ ਜੋਧ ਨੇ ਬੇਨਤੀ ਕੀਤੀ ਹੈ, ਪਾਤਸ਼ਾਹ ਇੱਥੋਂ 4 ਕੋ ਇੱਕ ਇਲਾਕਾ ਹੈ, ਇੱਕ ਜਗ੍ਹਾ ਹੈ, ਤੇ ਪਾਤਸ਼ਾਹ ਉੱਥੇ ਬਹੁਤ ਖੂਬਸੂਰਤ ਇੱਕ ਤਲਾਬ ਬਣਿਆ ਹੋਇਆ ਹੈ, ਪਾਣੀ ਦੇ ਨਾਲ ਭਰਿਆ ਹੋਇਆ ਹੈ, ਤੇ ਆਸ-ਪਾਸ ਦੂਰ ਤੱਕ ਮੈਦਾਨੀ ਇਲਾਕਾ ਉਜੜਿਆ ਹੋਇਆ ਉਜਾੜ ਹੈ, ਹੋਰ ਕਿਤੇ ਪਾਣੀ ਨਹੀਂ ਹੈ। ਔਰ ਇਹ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਓ, ਜੇਕਰ ਕਿਤੇ ਅਸੀਂ ਉੱਥੇ ਚਲੇ ਜਾਈਏ ਤੇ ਉੱਥੇ ਸਾਡਾ ਇੱਕ ਤਾਂ ਪਾਣੀ ਦੇ ਉੱਪਰ ਕਬਜ਼ਾ ਹੋ ਜਾਏਗਾ, ਤੇ ਦੂਸਰਾ ਉਹ ਜਗ੍ਹਾ ਬੜੀ ਸੁੰਦਰ ਹੈ, ਉੱਥੋਂ ਜੰਗ ਕਰਨਾ ਬੜਾ ਸੌਖਾ ਹੈ। ਮੈਂ ਕਈ ਵਾਰ ਉਹ ਜਗ੍ਹਾ ਪਹਿਲਾਂ ਦੇਖੀ ਹੈ। ਰਾਏ ਜੋਧ ਕਿਉਂਕਿ ਉਸ ਇਲਾਕੇ ਦਾ ਭੇਦੀ ਹੈ, ਤੇ ਸਤਿਗੁਰਾਂ ਨੇ ਪੁੱਛਿਆ ਤੇ ਰਾਏ ਜੋਧ ਨੇ ਫਿਰ ਇੱਕ ਜਗ੍ਹਾ ਦੱਸੀ ਹੈ। ਪੁਰਾਣੇ ਸਮੇਂ ਦੇ ਵਿੱਚ ਉਸ ਵੇਲੇ ਦੇ ਹਾਲਾਤਾਂ ਦੇ ਮੁਤਾਬਕ, ਕਿਉਂਕਿ ਨਾ ਤਾਂ ਉਸ ਵੇਲੇ ਕੋਈ ਮੋਟਰ ਦਾ ਪ੍ਰਬੰਧ ਸੀਗਾ ਤੇ ਨਾ ਬਹੁਤੇ ਖੂਹ ਹੋਇਆ ਕਰਦੇ ਸਨ, ਤੇ ਕੁਦਰਤੀ ਤੌਰ 'ਤੇ ਜਿਹੜਾ ਪਾਣੀ ਸੀਗਾ ਉਹ ਹੀ ਵਰਤਿਆ ਜਾਂਦਾ ਸੀ। ਕਿਸੇ ਤਲਾਬ ਦੇ ਵਿੱਚ, ਕਿਸੇ ਦਰਿਆ, ਕਿਸੇ ਨਹਿਰ ਦੇ ਕੋਲ ਕੋਈ ਵੀ ਲੋਕ ਘਰ ਵੀ ਬਣਾਉਂਦੇ ਸਨ, ਧਾਰਮਿਕ ਸਥਾਨ ਵੀ ਜੇ ਬਣਾਇਆ ਜਾਂਦਾ ਸੀ ਤੇ ਉਹ ਵੀ ਦਰਿਆ, ਨਹਿਰ, ਸਮੁੰਦਰ ਦੇ ਕਿਨਾਰੇ 'ਤੇ ਹੀ ਬਣਾਇਆ ਜਾਂਦਾ ਸੀਗਾ, ਤਾਂ ਕਿ ਪਾਣੀ ਵਰਤਣਾ ਦੀ ਜਿਹੜੀ ਪਾਣੀ ਦੀ ਦਿੱਕਤ ਹੈ ਉਹ ਨਾ ਹੋਵੇ। ਪੁਰਾਣੇ ਜਿੰਨੇ ਵੀ ਤੁਸੀਂ ਧਾਰਮਿਕ ਸਥਾਨ ਦੇਖਦੇ ਹੋ ਉਹ ਜ਼ਿਆਦਾਤਰ ਪਾਣੀ ਦਾ ਜਿਹੜਾ ਕੋਈ ਸੋਮਾ ਹੈ ਉਹਦੇ ਕੋਲ ਮਿਲਣਗੇ, ਕਿਉਂਕਿ ਉਦੋਂ ਖੂਹ ਵੀ ਇੰਨੇ ਨਹੀਂ ਸੀ ਹੁੰਦੇ ਔਰ ਪਾਣੀ ਕੱਢਣ ਦਾ ਹੋਰ ਕੋਈ ਤਰੀਕਾ ਵੀ ਨਹੀਂ ਸੀਗਾ ਧਰਤੀ ਦੇ ਵਿੱਚੋਂ, ਤੇ ਕੁਦਰਤੀ ਜਿਹੜਾ ਪਾਣੀ ਹੈ ਉਹ ਹੀ ਵਰਤਿਆ ਜਾਂਦਾ ਸੀਗਾ। ਤੇ ਪਾਣੀ ਜਿਹਦੇ ਕੋਲ ਹੁੰਦਾ ਸੀਗਾ ਉਹਦਾ ਪਾਸਾ ਭਾਰਾ ਹੁੰਦਾ ਸੀਗਾ, ਪਾਣੀ ਦੇ ਉੱਤੇ ਕਬਜ਼ਾ ਹੋਣਾ ਵੀ ਬਹੁਤ ਵੱਡੀ ਗੱਲ ਸੀਗੀ। ਤੇ ਰਾਏ ਜੋਧ ਨੇ ਉਸ ਹਾਲਾਤਾਂ ਦਾ ਹਿਸਾਬ ਲਾਉਂਦਿਆਂ ਹੋਇਆਂ, ਇਹ ਪਾਤਸ਼ਾਹ ਪਹਿਲੀ ਗੱਲ ਉੱਥੇ ਬਹੁਤ ਵੱਡੀ ਵੀ ਜੇ ਸੈਨਾ ਆ ਜਾਏਗੀ ਤੇ ਸਤਿਗੁਰੂ ਜੀ ਸਾਡੀ ਜਿੰਨੀ ਕੋ ਸੈਨਾ ਹੈ ਅਸੀਂ ਪਾਣੀ ਦੇ ਦੁਆਲੇ ਦੁਆਲੇ ਹੋਵਾਂਗੇ, ਤੇ ਸ਼ਾਹੀ ਫੌਜ ਇੱਕ ਤਾਂ ਅਸੀਂ ਸ਼ਸਤਰਾਂ ਦੇ ਨਾਲ ਖਤਮ ਕਰ ਦੇਵਾਂਗੇ, ਤੇ ਦੂਜਾ ਉਹਨਾਂ ਦੇ ਕੋਲ ਜਦੋਂ ਪਾਣੀ ਦੀ ਉਹਨਾਂ ਨੂੰ ਦਿੱਕਤ ਹੋਈ, ਪਾਣੀ ਉਹਨਾਂ ਤੱਕ ਪਹੁੰਚਿਆ ਨਾ, ਰਹਿਣ ਦਾ, ਰਾਤ ਟਿਕਣ ਦਾ, ਖਾਣ ਪੀਣ ਦਾ ਪ੍ਰਬੰਧ ਜਿਹੜਾ ਪਾਣੀ ਤੋਂ ਬਿਨਾਂ ਹੋਏਗਾ ਨਹੀਂ, ਤੇ ਸਤਿਗੁਰੂ ਜੀ ਬਹੁਤਾ ਲੰਮਾ ਸਮਾਂ ਉਹ ਟਿਕ ਨਹੀਂ ਸਕਣਗੇ, ਯੁੱਧ ਕਰ ਨਹੀਂ ਸਕਣਗੇ, ਉਹਨਾਂ ਨੂੰ ਵਿੱਚ ਹੀ ਯੁੱਧ ਛੱਡ ਕੇ ਦੌੜਨਾ ਪਏਗਾ, ਪਿਛਾਂਹ ਹਟਣਾ ਪਏਗਾ, ਉਹਨਾਂ ਦੇ ਪਾਸ ਕੋਈ ਚਾਰਾ ਨਹੀਂ ਰਹਿ ਜਾਏਗਾ। ਸਤਿਗੁਰੂ ਜੀ ਕਈ ਵਾਰ ਛੋਟੀ ਫੌਜ ਦੇ ਨਾਲ ਵੱਡੀ ਫੌਜ ਦਾ ਜਦੋਂ ਮੁਕਾਬਲਾ ਹੋਵੇ ਤੇ ਇੱਕ ਤਰੀਕਾ ਫਿਰ ਇਹ ਵੀ ਹੈ ਕਿ ਜਿਹੜਾ ਦੁਸ਼ਮਣਾਂ ਦੇ ਉੱਪਰ ਜਿੱਤ ਪ੍ਰਾਪਤ ਕਰਨ ਵਾਸਤੇ ਗਰੀਬ ਨਿਵਾਜ ਸਤਿਗੁਰਾਂ ਨੂੰ ਜਿਹੜੀ ਜਗ੍ਹਾ ਦੱਸੀ ਹੈ ਰਾਏ ਜੋਧ ਨੇ, ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਠੀਕ ਹੈ, ਸੁਬਾਹ ਹੁੰਦਿਆਂ ਸਾਰ ਆਪਾਂ ਉਸ ਜਗ੍ਹਾ ਵਾਲੇ ਪਾਸੇ ਚਾਲੇ ਪਾਵਾਂਗੇ। ਤੇ ਰਾਏ ਜੋਧ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਆਗਿਆ ਲੈ ਕਰਕੇ ਘਰ ਨੂੰ ਚਲਿਆ ਗਿਆ ਹੈ। ਸੁਬਾਹ ਹੋਈ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਠੇ, ਜਾਗੇ, ਅੰਮ੍ਰਿਤ ਵੇਲਾ ਸਾਰੇ ਸਿੱਖਾਂ ਨੇ ਬੰਦਗੀ ਕੀਤੀ ਹੈ, ਸਿਮਰਨ ਕੀਤਾ ਹੈ। ਤੇ ਜਦੋਂ ਸੂਰਜ ਚੜ੍ਹਿਆ ਹੈ ਤੇ ਛੇਵੇਂ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਉਸ ਜਗ੍ਹਾ ਨੂੰ, ਕਾਂਗੜ ਨੂੰ ਛੱਡ ਕੇ ਤੇ ਜਿੱਧਰਲੇ ਪਾਸੇ ਯੁੱਧ ਕੀਤਾ ਜਾਣਾ ਹੈ ਉਧਰ ਨੂੰ ਚੱਲਣ ਵਾਸਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਗਾਰਚੀ ਸਿੰਘਾਂ ਨੇ ਨਗਾਰਿਆਂ 'ਤੇ ਉੱਚੀ ਸਾਰੀ ਚੋਟ ਲਾਈ ਹੈ, ਸੱਟ ਲਾਈ ਹੈ, ਤੇ ਆਵਾਜ਼ ਸੁਣ ਕੇ ਉੱਧਰੋਂ ਰਾਏ ਜੋਧ ਜਿਹੜਾ ਹੈ ਉਹ ਵੀ ਤਿਆਰ ਬਰ ਤਿਆਰ ਹੋ ਗਿਆ ਹੈ। ਤੇ ਕੁਝ ਕੁ ਸਾਥੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਜਦਾ ਹੈ, ਪਾਤਸ਼ਾਹ ਜੀ ਕੁਝ ਕੁ ਸਮਾਂ ਰੁਕੋ, ਮੇਰੀ ਵੀ ਜਿਹੜੀ ਵੱਡੀ ਫੌਜ ਹੈ ਉਹ ਆ ਰਹੀ ਹੈ, ਤੇ ਫਿਰ ਆਪਾਂ ਇਕੱਠੇ ਚੱਲਦੇ ਹਾਂ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਰੁਕੇ ਹੋਏ ਹਨ, ਅੰਮ੍ਰਿਤ ਵੇਲਾ ਹੈ, ਸਤਿਗੁਰਾਂ ਦਾ ਦਲ ਤਿਆਰ ਹੈ। ਤੇ ਜਿਸ ਤਰ੍ਹਾਂ ਰਾਏ ਜੋਧ ਦੇ ਸੈਨਿਕਾਂ ਨੇ ਆ ਕੇ ਬੇਨਤੀ ਕੀਤੀ ਹੈ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ
ਤੇ ਗਰੀਬ ਨਿਵਾਜ ਕੁਝ ਕੁ ਸਮਾਂ ਰੁਕੇ ਤੇ ਰਾਏ ਜੋਧ ਦੀ ਉਡੀਕ ਕਰਕੇ ਸਤਿਗੁਰੂ ਜੀ ਜਿਵੇਂ ਚੱਲਣ ਲੱਗੇ ਹਨ। ਆਓ ਇਹ ਜਿਹੜਾ ਪ੍ਰਸੰਗ ਹੈ, ਇਤਿਹਾਸ ਹੈ, ਭਾਵਨਾ ਸਹਿਤ ਸਰਵਣ ਕਰੀਏ। ਇੱਕ ਵਾਰੀ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਅਦਬ ਸਤਿਕਾਰ ਸਹਿਤ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੀ ਗਾਜਾ ਸੁਨਿਓ ਪ੍ਰਸੰਗ 30 ਤੋਂ ਲੈ ਕੇ 40 ਤੱਕ ਛੱਡ ਦਿਓ ਜੀ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੇਵਕ ਬਣਿਆ ਹੈ ਰਾਏ ਜੋਧ। ਤੇ ਜਿਹੜੀ ਇਹਦੀ ਪਤਨੀ ਹੈ, ਘਰ ਵਾਲੀ ਹੈ, ਉਹ ਪਹਿਲਾਂ ਹੀ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਹੁਤ ਵੱਡੀ ਸ਼ਰਧਾਲੂ ਹੈ। ਕਿਉਂਕਿ ਰਾਏ ਜੋਧ ਦੀ ਜਿਹੜੀ ਪਤਨੀ ਹੈ, ਇਹਦਾ ਜਿਹੜਾ ਪਿਤਾ ਸੀਗਾ ਉਹ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਘਰ ਦਾ ਸ਼ਰਧਾਲੂ ਸੀਗਾ, ਸਿੱਖ ਸੀਗਾ। ਇਸ ਕਰਕੇ ਪਤਨੀ ਤੋਂ ਰਾਏ ਜੋਧ ਜਿਹੜਾ ਹੈ ਇਹ ਵੀ ਪ੍ਰੇਰਨਾ ਲੈ ਕੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜਿਆ ਹੈ। ਤੇ ਪਤਨੀ ਤੇ ਕਹਿਣ ਲੱਗੇ, ਉਸ ਵੇਲੇ ਇਤਿਹਾਸ ਦੇ ਵਿੱਚ ਜ਼ਿਕਰ ਆ ਰਿਹਾ ਹੈ, ਸਿੱਖ ਕੀ ਤਨੁਜਾ ਸੁਣਿਓ ਪ੍ਰਸੰਗ। ਰਾਏ ਜੋਧ ਨੇ ਆਪਣੀ ਪਤਨੀ ਨੂੰ ਜਾ ਕੇ ਦੱਸਿਆ ਹੈ, ਕਹਿਣ ਲੱਗਾ, ਹੇ ਭਗਵਾਨੇ, ਮੈਂ ਤੈਨੂੰ ਸਾਰੀ ਗੱਲ ਜਿਹੜੀ ਇਹ ਦੱਸਣ ਲੱਗਾ ਹਾਂ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਵੱਡਾ ਇੱਕ ਜੰਗ ਜਿਹੜਾ ਹੈ ਯੁੱਧ ਕਰਨ ਲੱਗੇ ਹਨ। ਤੇ ਹੁਣ ਅੱਜ ਅਸੀਂ ਉਸ ਜਗ੍ਹਾ ਤੇ ਪਹੁੰਚਣ ਲੱਗੇ ਹਾਂ ਜਿੱਥੇ ਫਿਰ ਵੱਡਾ ਜਿਹੜਾ ਜੰਗ ਹੈ ਛੇਵੇਂ ਪਾਤਸ਼ਾਹ ਜੀ ਦਾ ਤੁਰਕਾਂ ਦੇ ਨਾਲ, ਬਾਦਸ਼ਾਹ ਦੀ ਫੌਜ ਦੇ ਨਾਲ ਹੋਏਗਾ। ਤੇ ਉਸ ਵੇਲੇ ਫਿਰ ਜੋਧ ਰਾਏ ਜੋਧ ਜਿਹੜਾ ਸਰਦਾਰ ਹੈ, ਉਸ ਨੂੰ ਉਹਦੀ ਪਤਨੀ ਨੇ, ਜਿਹੜੀ ਪਹਿਲਾਂ ਤੋਂ ਸੇਵਕ ਹੈ, ਸਿੱਖ ਹੈ, ਉਹਨੇ ਬੜੇ ਪਿਆਰ ਦੇ ਨਾਲ ਆਪਣੇ ਪਤੀ ਨੂੰ ਜੰਗ ਦੇ ਮੈਦਾਨ ਵੱਲ ਤੋਰਨ ਤੋਂ ਪਹਿਲਾਂ ਕੁਝ ਬੇਨਤੀਆਂ ਕੀਤੀਆਂ ਹਨ। ਭਲੀ ਕਰੀ ਤੁਮ ਮਨ ਮਨ ਭਾਇਓ। ਕਹਿਣ ਲੱਗੀ, ਹੇ ਪਤੀ ਪਰਮੇਸ਼ਰ ਜੀ, ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਜਾਣ ਦਾ ਜਿਹੜਾ ਫੈਸਲਾ ਕੀਤਾ ਹੈ ਮੈਨੂੰ ਬਹੁਤ ਚੰਗਾ ਲੱਗਾ ਹੈ। ਭਲੀ ਕਰੀ ਤੁਮ ਮਮ ਮਨ ਭਾਇਓ। ਕਹਿਣ ਲੱਗੀ, ਮੈਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਸੇਵਕ ਹਾਂ। ਪਿਤਾ ਵੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਜਾਂਦੇ ਰਹੇ ਹਨ। ਤੇ ਕਹਿਣ ਲੱਗੇ, ਤੁਸੀਂ ਵੀ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜੇ ਹੋ ਤੇ ਗਰੀਬ ਨਿਵਾਜ ਸਤਿਗੁਰਾਂ ਦੇ ਨਾਲ ਰਹਿਣ ਦਾ ਤੇ ਜੰਗ ਦੇ ਵਿੱਚ ਜਾਣ ਦਾ ਜਿਹੜਾ ਫੈਸਲਾ ਹੈ ਇਹ ਮੈਨੂੰ ਬੜਾ ਚੰਗਾ ਲੱਗਾ, ਮੈਂ ਖੁਸ਼ ਹੋਈ ਹਾਂ। ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਪੂਰਨ ਗੁਰੂ ਹਨ ਤੇ ਸਾਰੀਆਂ ਕਲਾ ਦੇ ਸਮਰੱਥ ਹਨ। ਤੇ ਸਤਿਗੁਰੂ ਜੀ ਜਿਹੜੇ ਕਰਮ ਕਰਦੇ ਹਨ, ਗਰੀਬ ਨਿਵਾਜ ਸਤਿਗੁਰਾਂ ਦਾ ਜਿਹੜਾ ਜੀਵਨ ਹੈ ਇਹਦੇ ਵਿੱਚ ਮਨੁੱਖਤਾ ਦੀ, ਲੋਕਾਂ ਦੀ, ਦੁਨੀਆ ਦੀ ਭਲਾਈ ਹੈ। ਗਰੀਬ ਨਿਵਾਜ ਜਿਹੜਾ ਵੀ ਕਾਰਜ ਕਰਦੇ ਹਨ ਉਹ ਬੜਾ ਸ਼ਲਾਘਾਯੋਗ ਹੁੰਦਾ ਹੈ। ਤੇ ਕਹਿਣ ਲੱਗੀ, ਹੇ ਪਤੀ ਦੇਵ, ਕਦੇ ਵੀ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਲਟ ਚੱਲਣ ਬਾਰੇ ਨਹੀਂ ਸੋਚਣਾ ਹੈ। ਜਿਵੇਂ ਸਤਿਗੁਰੂ ਜੀ ਕਹਿਣਗੇ, ਛੇਵੇਂ ਪਾਤਸ਼ਾਹ ਜੀ ਜਿਵੇਂ ਕਰਨਗੇ ਜਾਂ ਕਹਿਣਗੇ, ਉਸੇ ਮੁਤਾਬਕ ਹੀ ਅਸੀਂ ਰਹਿਣਾ ਹੈ। ਤੇ ਜਿੱਧਰ ਗਰੀਬ ਨਿਵਾਜ ਹੁਕਮ ਕਰਨ ਤੇ ਹੱਥ ਜੋੜ ਕੇ ਸਤ ਵਚਨ ਕਰਕੇ ਤੇ ਸਤਿਗੁਰਾਂ ਦੀ ਹਮੇਸ਼ਾ ਹੀ ਰਜਾ ਦੇ ਵਿੱਚ, ਭਾਣੇ ਦੇ ਵਿੱਚ ਤੁਸੀਂ ਚੱਲਣ ਦਾ ਯਤਨ ਕਰਨਾ ਹੈ। ਤੇ ਗਰੀਬ ਨਿਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਹਿੰਦਿਆਂ ਹੋਇਆਂ ਤੁਹਾਨੂੰ ਜੰਗ ਦੇ ਮੈਦਾਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਤੇ ਦੁਸ਼ਮਣਾਂ ਦਾ ਦਲ ਭਾਵੇਂ 10 ਗੁਣਾ ਵੀ ਵੱਡਾ ਹੋਵੇ, ਦੁਸ਼ਮਣਾਂ ਦਾ ਦਲ ਭਾਵੇਂ, ਹੁਣ ਪਤਨੀ ਆਪਣੇ ਪਤੀ ਨੂੰ ਕਹਿ ਰਹੀ ਹੈ ਰਾਏ ਜੋਧ ਨੂੰ ਕਿ ਕਦੇ ਘਬਰਾਉਣਾ ਨਹੀਂ ਹੈ, ਭਾਵੇਂ ਸਤਿਗੁਰਾਂ ਤੋਂ ਕਈ ਗੁਣਾ ਵੱਧ ਦੁਸ਼ਮਣਾਂ ਦੀ ਤਾਕਤ ਹੋਵੇ।
ਤੇ ਵੱਡੀ ਗਿਣਤੀ ਦੇ ਵਿੱਚ ਹੋਣ ਦੇ ਬਾਵਜੂਦ ਵੀ ਜਿਹੜੇ ਦੁਸ਼ਮਣ ਹਨ ਇਹ ਸਤਿਗੁਰਾਂ ਦੇ ਸਾਹਮਣੇ ਅਲਪ ਹਨ, ਥੋੜੇ ਹਨ, ਜਰਾ ਕੋ ਹਨ। ਗਰੀਬ ਨਿਵਾਜ ਛੇਵੇਂ ਪਾਤਸ਼ਾਹ ਜੀ ਦਾ ਮੁਕਾਬਲਾ ਕਰਨਾ ਬੜਾ ਔਖਾ ਹੈ। ਸੁਰਮਤ ਲਰੈ ਜੇਲੇ ਗੁਰ ਝਾਰੀ। ਤੇ ਕਹਿਣ ਲੱਗੀ ਇੱਥੋਂ ਤੱਕ ਕਿ ਜੇ ਦੇਵਤਿਆਂ ਦਾ ਪਤੀ ਕਹਿਣ ਤੋਂ ਭਾਵ ਇੰਦਰ ਦੇਵਤਾ ਵੱਡਾ ਮਹਾਨ ਜਿਹੜਾ ਦੇਵਤਿਆਂ ਦੇ ਵਿੱਚੋਂ ਦੇਵਤਾ ਹੈ, ਸੁਰਪਤ ਦੇਵਤਿਆਂ ਦਾ ਪਤੀ, ਦੇਵਤਿਆਂ ਦਾ ਆਗੂ ਇੰਦਰ ਕਹਿਣ ਲੱਗੇ ਸੁਰਪਤ ਲਰੇ ਜੇ ਲੈ ਗੁਰ ਝਾਰੀ। ਜੇ ਕਿਤੇ ਇੰਦਰ ਦੇਵਤਾ ਸਾਰਿਆਂ ਨੂੰ ਨਾਲ ਲੈ ਕੇ ਵੀ ਛੇਵੇਂ ਪਾਤਸ਼ਾਹ ਦੇ ਸਾਹਮਣੇ ਆ ਜਾਵੇ ਸ੍ਰੀ ਹਰਿਗੋਬਿੰਦ ਸਭਨਾ ਪਲਾਵੈ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਤਨੇ ਮਹਾਨ ਬਲੀ ਸੂਰਮੇ ਹਨ ਕਿ ਪਾਤਸ਼ਾਹ ਜੀ ਸਾਰਿਆਂ ਨੂੰ ਪਿੱਛੇ ਕਰ ਸਕਦੇ ਹਨ। ਸ਼ਤਰੂ ਹਤੈ ਜੀਤ ਕੋ ਪਾਵੈ। ਦੁਸ਼ਮਣਾਂ ਨੂੰ ਹਰਾ ਕਰਕੇ ਹਮੇਸ਼ਾ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਤਦੇ ਹਨ। ਪਹਿਲਾਂ ਵੀ ਇਸ ਤਰ੍ਹਾਂ ਹੀ ਹੋਇਆ ਹੈ, ਅਗਾਂਹ ਵੀ ਇਸੇ ਤਰ੍ਹਾਂ ਹੀ ਹੋਏਗਾ। ਮਹਿਸ਼ਾ ਤੇ ਕੀਜੈ ਤਰਾਸ। ਤੇ ਕਹਿਣ ਲੱਗੀ ਕਿ ਹੇ ਪਤੀ ਦੇਵ ਜੀ, ਨਹੀਂ ਸ਼ਾਹ ਤੇ ਕੀਜੇ ਤਰਾਸ, ਕਿਸੇ ਵੀ ਤਰ੍ਹਾਂ ਤੁਹਾਨੂੰ ਬਾਦਸ਼ਾਹ ਸ਼ਾਹਜਹਾਨ ਦੇ ਕੋਲੋਂ ਤੇ ਉਹਨਾਂ ਦੀ ਜਿਹੜੀ ਵਿਸ਼ਾਲ ਸੈਨਾ ਹੈ ਉਹਨਾਂ ਤੋਂ ਡਰਨ ਦੀ, ਘਬਰਾਉਣ ਦੀ ਲੋੜ ਨਹੀਂ ਹੈ। ਗੁਰ ਸਹਾਏ ਤੋ ਸਦਾ ਬਿਲਾਸ। ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਹਾਈ ਹੋਣ। ਗਰੀਬ ਨਿਵਾਜ ਸਤਿਗੁਰਾਂ ਦੀ ਸ਼ਰਨ ਪ੍ਰਾਪਤ ਹੋਵੇ, ਸਤਿਗੁਰਾਂ ਦਾ ਜੇ ਕਿਤੇ ਥਾਪੜਾ ਹੋਵੇ ਤੇ ਮਨੁੱਖ ਨੂੰ ਹਮੇਸ਼ਾ ਹੀ ਖੁਸ਼ੀਆਂ, ਪ੍ਰਸੰਨਤਾ ਤੇ ਜੀਵਨ ਸਫਲ ਹੈ। ਸਨਮੁਖ ਹਤੋ ਸ਼ਤਰ ਰਣ ਵਿਖੈ। ਤੇ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹਿੰਦਿਆਂ ਹੋਇਆਂ ਸਨਮੁਖ ਹਤੋ ਸ਼ਤਰੂ ਦੇ ਬਰਾਬਰ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਦੇ ਨਾਲ ਲੜਨਾ ਹੈ ਤੇ ਵੈਰੀਆਂ ਨੂੰ ਖਤਮ ਕਰਨਾ ਹੈ। ਹੋਏ ਪ੍ਰਸੰਨ ਜਿਸ ਤੇ ਗੁਰ ਵਿਖੈ। ਤੇ ਸਤਿਗੁਰੂ ਦੇ ਨਾਲ ਜਿਹੜਾ ਚੱਲਦਾ ਹੈ, ਗਰੀਬ ਨਿਵਾਜ ਛੇਵੇਂ ਪਾਤਸ਼ਾਹ ਜੀ ਦੇ ਜਿਹੜਾ ਵੀ ਕੋਈ ਭਾਣੇ ਦੇ ਵਿੱਚ ਰਹਿੰਦਾ ਹੈ, ਹੋਏ ਪ੍ਰਸੰਨ ਜਿਸ ਤੇ ਗੁਰ ਵਿਖੈ। ਪ੍ਰਸੰਨ ਹੋ ਕੇ ਮਿਹਰ ਦੀ ਨਜ਼ਰ ਜਿਸ ਸਿੱਖ ਦੇ ਉੱਪਰ ਛੇਵੇਂ ਪਾਤਸ਼ਾਹ ਜੀ ਪਾ ਦਿੰਦੇ ਹਨ, ਨਿਜ ਕੁਲ ਹੋਰ ਨਿਹਾਰਨ ਕਰੀਐ। ਉਹਦਾ ਜੀਵਨ, ਉਹਦੀ ਕੁੱਲ, ਉਹਦਾ ਪਰਿਵਾਰ ਧਨ ਹੋ ਜਾਂਦਾ ਹੈ। ਜਿਹੜਾ ਗੁਰੂ ਕੇ ਚਰਨਾਂ ਦੇ ਵਿੱਚ ਰਹਿੰਦਾ ਹੈ ਤੇ ਸਤਿਗੁਰਾਂ ਦੇ ਹੁਕਮ ਦੇ ਵਿੱਚ ਚੱਲਦਾ ਹੈ। ਤੇ ਕਹਿਣ ਲੱਗੀ ਹੇ ਪਤੀ ਦੇਵ, ਨਿਜ ਕੁਲ ਔਰ ਨਿਹਾਰਨ ਕਰੀਐ। ਇੱਕ ਮੌਕਾ ਹੈ, ਇੱਕ ਸਮਾਂ ਹੈ, ਤੁਸੀਂ ਆਪਣੀ ਕੁੱਲ ਨੂੰ ਧਨਤਾ ਦੇ ਯੋਗ ਬਣਾ ਸਕਦੇ ਹੋ, ਮਹਾਨ ਬਣਾ ਸਕਦੇ ਹੋ। ਇਹ ਸਾਨੂੰ ਮੌਕਾ ਮਿਲਿਆ ਹੈ। ਗਰੀਬ ਨਿਵਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਵੱਡੀ ਸੇਵਾ ਕਰਨ ਦਾ ਇੱਕ ਸਾਨੂੰ ਸਮਾਂ ਸੁਭਾਗ ਪ੍ਰਾਪਤ ਹੋਇਆ ਹੈ। ਸੋ ਜਸ ਜਗਤ ਜਾਹਰ ਬਿਸਤਰੀਐ। ਤੇ ਕਹਿਣ ਲੱਗੀ ਇਹ ਸੇਵਾ ਕਰਕੇ ਤੁਹਾਡੀ ਜਿਹੜੀ ਕੁੱਲ ਹੈ, ਤੁਹਾਡਾ ਜਿਹੜਾ ਪ੍ਰਤਾਪ ਹੈ, ਤੁਹਾਡਾ ਸਾਰੇ ਸੰਸਾਰ ਦੇ ਵਿੱਚ ਇਹ ਜਿਹੜੀ ਕੁੱਲ ਹੈ, ਪਰਿਵਾਰ ਹੈ, ਤੇ ਜਿਹੜਾ ਤੁਹਾਡਾ ਨਾਮ ਹੈ, ਇਹਦੀ ਕੀਰਤੀ ਸੰਸਾਰ ਦੇ ਵਿੱਚ ਹੋਏਗੀ। ਜਿਹੜਾ ਵੀ ਸਤਿਗੁਰਾਂ ਦਾ ਸਾਥ ਦਿੰਦਾ ਹੈ, ਸੇਵਾ ਕਰਦਾ ਹੈ, ਉਹਦੀ ਦੁਨੀਆ ਦੇ ਵਿੱਚ ਸੋਭਾ ਵਡਿਆਈ ਹੁੰਦੀ ਹੈ। ਕਹਿਣ ਲੱਗੀ ਹੇ ਪਤੀ ਦੇਵ, ਤੁਸੀਂ ਵੀ ਸਤਿਗੁਰਾਂ ਦੀ ਸੇਵਾ ਦੇ ਵਿੱਚ ਲੱਗ ਕੇ ਆਪਣੇ ਪਰਿਵਾਰ ਦਾ ਨਾਮ ਉੱਚਾ ਕਰ ਸਕਦੇ ਹੋ। ਆਪਣੀ ਪਤਨੀ ਦੇ ਕੋਲੋਂ ਰਾਏ ਜੋਧ ਸਰਦਾਰ ਨੇ ਕੁਛ ਬੜੇ ਸ਼ਰਧਾ ਵਾਲੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੇ ਹੋਏ ਹਨ, ਹੌਸਲੇ ਵਾਲੇ ਸ਼ਬਦ ਰਾਏ ਜੋਧ ਨੇ ਸੁਣੇ ਹਨ। ਤੇ ਕਹਿਣ ਲੱਗੇ ਕਿ ਹੁਣ ਆਪਣੀ ਪਤਨੀ ਦੇ ਕੋਲੋਂ ਸੁਣ ਕੇ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਇਹ ਵੀ ਕਈ ਦਿਨ ਰਿਹਾ ਹੈ। ਤੇ ਕਹਿਣ ਲੱਗਿਆ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਰਹਿਣ ਕਰਕੇ ਮੇਰੇ ਵੀ ਮਨ ਦੇ ਵਿੱਚ ਬਹੁਤ ਵੱਡੀ ਜਿਹੜੀ ਸ਼ਰਧਾ ਉਹ ਪੈਦਾ ਹੋਈ ਹੈ। ਮੈਂ ਕਦੇ ਵੀ ਛੇਵੇਂ ਪਾਤਸ਼ਾਹ ਜੀ ਦੀ ਜਿਹੜੀ ਹਜ਼ੂਰੀ ਹੈ, ਸੰਗਤ ਹੈ, ਹੁਕਮ ਜਿਹੜਾ ਹੈ ਉਹਦੇ ਤੋਂ ਬਾਹਰ ਨਹੀਂ ਜਾਵਾਂਗਾ। ਕਹਿਣ ਲੱਗੇ ਗੁਰ ਕੋ ਸੰਗ ਨਾ ਤਜੋਂ ਕਦਾਈ, ਮੈਂ ਕਦੇ ਵੀ ਪਾਤਸ਼ਾਹ ਜੀ ਦਾ ਸੰਗ ਨਹੀਂ ਛੱਡਾਂਗਾ।
ਤੇ ਇੱਥੋਂ ਤੱਕ ਕਹਿਣ ਲੱਗਾ, ਇਨ ਪਦ ਤਰ ਦਿਓ ਪ੍ਰਾਨ ਗਵਾਈ, ਜੇ ਸਤਿਗੁਰੂ ਜੀ ਹੁਕਮ ਕਰਨ ਗਰੀਬ ਨਿਵਾਜ ਜਿੱਧਰ ਕਹਿਣ ਮੈਂ ਉੱਧਰ ਜਾਵਾਂਗਾ। ਇੱਥੋਂ ਤੱਕ ਕਿ ਸਤਿਗੁਰਾਂ ਦੇ ਹੁਕਮ ਦੇ ਵਿੱਚ ਜੇ ਕਿਤੇ ਮੈਨੂੰ ਆਪਣੀ ਜਾਨ ਆਪਣੇ ਪ੍ਰਾਣ ਵੀ ਗਵਾਉਣੇ ਪੈਣ ਤੇ ਮੈਂ ਪਿੱਛੇ ਨਹੀਂ ਹਟਾਂਗਾ। ਗਰੀਬ ਨਿਵਾਜ ਸਤਿਗੁਰੂ ਜੀ ਹੁਕਮ ਕਰਨ ਤਾਂ ਸਹੀ, ਮੈਂ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਾਂਗਾ। ਦੋਨੋਂ ਲੋਕ ਭਲਾ ਜੋ ਕਰਨੀ। ਤੇ ਕਹਿਣ ਲੱਗੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਤਨੇ ਸਮਰੱਥ ਹਨ, ਉਹਨਾਂ ਦੇ ਚਰਨਾਂ ਦੇ ਵਿੱਚ ਜਿਹੜਾ ਵੀ ਕੋਈ ਸੇਵਾ ਕਰਦਾ ਹੈ ਉਹਦਾ ਸੰਸਾਰ ਦੇ ਪਦਾਰਥ ਹੀ ਨਹੀਂ, ਉਹਨਾਂ ਨੂੰ ਦੋਨਾਂ ਲੋਕਾਂ ਦੇ ਦੋਨਾਂ ਜਹਾਨਾਂ ਦੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਦੋਨੋਂ ਲੋਕ ਭਲਾ ਜੋ ਕਰਹੀ। ਹੁਣ ਰਾਏ ਜੋਧ ਨੇ ਕਿਹਾ ਹੈ, ਕਹਿਣ ਲੱਗੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਕੀਤਿਆਂ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਂਦੇ ਹਨ। ਸਤਿਗੁਰੂ ਜੀ ਮਿਹਰ ਕਰਦੇ ਹਨ, ਆਪਣੇ ਸੇਵਕ ਦੀ ਲਾਜ ਰੱਖਦੇ ਹਨ। ਇੱਥੇ ਵੀ ਤੇ ਉੱਥੇ ਵੀ ਸਤਿਗੁਰੂ ਜੀ ਰਖਵਾਲੇ ਬਣਦੇ ਹਨ। ਮੂਰਖ ਇਨ ਕੀ ਸ਼ਰਨ ਪਰ ਹਰਿ। ਤੇ ਉਹ ਮਨੁੱਖ ਮੂਰਖ ਹੈ। ਹੁਣ ਰਾਏ ਜੋਧ ਕੁਝ ਕੁ ਦਿਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਿਹਾ ਹੈ। ਮਨ ਦੇ ਵਿੱਚ ਇੰਨੀ ਭਾਰੀ ਸ਼ਰਧਾ ਭਾਵਨਾ ਸਤਿਗੁਰਾਂ ਦੇ ਚਰਨਾਂ ਦੇ ਪ੍ਰਤੀ ਬਣੀ ਹੈ। ਆਖਣ ਲੱਗਾ ਆਪਣੀ ਪਤਨੀ ਨੂੰ, ਕਹਿਣ ਲੱਗਾ ਕਿ ਜਿਹੜਾ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੰਗਤ ਤੇ ਉਹਨਾਂ ਦੇ ਚਰਨਾਂ ਨੂੰ ਛੱਡਦਾ ਹੈ, ਕਹਿਣ ਲੱਗੇ ਕਿ ਮੂਰਖ ਇਨ ਕੀ ਸ਼ਰਨ ਪਰ ਹਰੀ। ਮੂਰਖ ਲੋਕ ਹੈ ਜਿਹੜਾ ਸਤਿਗੁਰਾਂ ਦੀ ਸ਼ਰਨ ਛੱਡ ਕੇ ਚਲਿਆ ਜਾਂਦਾ ਹੈ। ਜਿਉਂ-ਜਿਉਂ ਰਣ ਮੈਦਾਨ ਦੇ ਹੈ। ਜਿਵੇਂ ਜਿਵੇਂ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਚੱਲਦੇ ਹੋਏ ਜੰਗ ਦੇ ਵਿੱਚ ਜਿੱਧਰ ਜਿੱਧਰ ਮੈਨੂੰ ਹੁਕਮ ਕਰਨਗੇ, ਜਿੱਧਰ ਜਿੱਧਰ ਇਸ਼ਾਰਾ ਕਰਨਗੇ, ਜਹਾਂ ਪਠੈ ਜਿਹ ਸੰਗ ਲਰੈ ਹੈ। ਤੇ ਜਿੱਥੇ ਸਤਿਗੁਰੂ ਜੀ ਕਹਿਣਗੇ ਉੱਥੇ ਜਾ ਕੇ ਮੈਂ ਖੜਾਂਗਾ ਤੇ ਉਸ ਦੁਸ਼ਮਣਾਂ ਦੇ ਦਲਾਂ ਦੇ ਨਾਲ, ਸੈਨਾਪਤੀਆਂ ਦੇ ਨਾਲ ਲੜਾਂਗਾ ਜਿਸ ਤਰ੍ਹਾਂ ਸਤਿਗੁਰੂ ਜੀ ਚਾਹੁਣਗੇ। ਤਹਿ ਘਾਲੋ ਕਸਮਾਨ ਘਨੇਰਾ। ਮੈਂ ਬਹੁਤ ਵੱਡਾ ਕਮਸਾਨ ਦਾ ਜੰਗ ਕਰਾਂਗਾ, ਆਪਣੇ ਪ੍ਰਾਣਾਂ ਦੀ ਪਰਵਾਹ ਨਹੀਂ ਕਰਾਂਗਾ। ਸੁਣੀਐ ਨਿਹਾ ਜਥਾ ਬਲ ਮੇਰਾ। ਤੇ ਜਿਸ ਤਰ੍ਹਾਂ ਇਸ ਇਲਾਕੇ ਦੇ ਵਿੱਚ ਮੇਰੀ ਸੋਭਾ ਹੈ, ਵਡਿਆਈ ਹੈ, ਜਸ ਹੈ, ਕਿਉਂਕਿ ਜਿਹੜਾ ਰਾਏ ਜੋਧ ਹੈ ਇੱਕ ਮਹਾਨ ਸੂਰਮਾ ਹੈ, ਬਹੁਤ ਬਹਾਦਰ ਹੈ। ਪਹਿਲਾਂ ਵੀ ਇਹਨੇ ਆਪਣੇ ਇਲਾਕੇ ਦੀ ਰੱਖਿਆ ਵਾਸਤੇ ਜਦੋਂ ਜਦੋਂ ਕਿਸੇ ਜਰਵਾਣੇ ਨੇ ਹਮਲਾ ਕੀਤਾ ਹੈ, ਇਹਨੇ ਬੜੀ ਬਹਾਦਰੀ ਦੇ ਨਾਲ ਉਹਦਾ ਮੁਕਾਬਲਾ ਕਰਕੇ ਉਹਨੂੰ ਹਰਾ ਕੇ ਭੇਜਿਆ ਹੈ। ਕਦੇ ਕਦੇ ਛੋਟੀਆਂ ਛੋਟੀਆਂ ਰਿਆਸਤਾਂ ਵਾਲੇ ਇੱਕ ਦੂਜੇ ਦਾ ਇਲਾਕਾ ਮੱਲਣ ਵਾਸਤੇ ਹਮਲਾ ਕਰਦੇ ਸਨ, ਪਰ ਰਾਏ ਜੋਧ ਨੇ ਪਹਿਲਾਂ ਕਈ ਵਾਰ ਮੁਕਾਬਲਾ ਕੀਤਾ ਹੈ। ਇਹਦੀ ਜਸ ਵਡਿਆਈ ਕੀਰਤੀ ਪਹਿਲਾਂ ਵੀ ਇਲਾਕੇ ਦੇ ਵਿੱਚ ਕਈ ਵਾਰ ਹੋਈ ਹੈ ਤੇ ਲੋਕ ਕਹਿੰਦੇ ਸਨ ਕਿ ਰਾਏ ਜੋਧ ਬੜਾ ਬਹਾਦਰ ਹੈ। ਤੇ ਕਹਿਣ ਲੱਗੇ ਕਿ ਸੁਣੀਏ ਇਹਾਂ ਜਥਾ ਬਲ ਮੇਰਾ। ਦੁਨੀਆ ਦੇ ਵਿੱਚ ਇਸ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਦਾ ਪਹਿਲਾਂ ਮੇਰਾ ਜਸ ਹੈ, ਵਡਿਆਈ ਹੈ, ਤੇ ਕਹਿਣ ਲੱਗਾ ਉਸੇ ਤਰ੍ਹਾਂ ਦਾ ਜੰਗ ਦੇ ਮੈਦਾਨ ਦੇ ਵਿੱਚ ਹੁਣ ਫਿਰ ਮੈਂ ਮੁਕਾਬਲਾ ਕਰਾਂਗਾ। ਜਿਸ ਤਰ੍ਹਾਂ ਕਦੇ ਆਪਣੇ ਵਾਸਤੇ ਮੈਂ ਲੜਦਾ ਰਿਹਾ ਹਾਂ, ਉਸੇ ਬਹਾਦਰੀ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਵੀ ਮੈਂ ਆਪਣਾ ਯੁੱਧ ਸਮਝ ਕੇ ਲੜਾਂਗਾ, ਕਦੇ ਪਿਛਾਂਹ ਨਹੀਂ ਹਟਾਂਗਾ। ਮੈਨੂੰ ਲੋਕ ਬਹਾਦਰ ਆਖਦੇ ਹਨ, ਮੈਂ ਕਦੇ ਪਿੱਠ ਨਹੀਂ ਦਿਖਾਵਾਂਗਾ। ਇਸ ਤਰ੍ਹਾਂ ਦੀਆਂ ਵਿਚਾਰਾਂ ਕੀਤੀਆਂ ਤੇ ਕਹਿਣ ਲੱਗੇ ਕਿ ਹੁਣ ਇਮ ਦੰਪਤ ਕੈ ਆਪਸ ਮਾਹੀ। ਜਾਣ ਤੋਂ ਪਹਿਲਾਂ ਰਾਏ ਜੋਧ ਔਰ ਇਹਦੀ ਪਤਨੀ ਨੇ ਆਪਸ ਦੇ ਵਿੱਚ ਇਹ ਅਖੀਰ ਵੇਲੇ ਕੁਛ ਕੁ ਬਚਨ ਕੀਤੇ ਹਨ। ਤੇ ਫਿਰ ਤਿਆਰ ਬਰ ਤਿਆਰ ਹੋ ਕੇ ਆਪਣੇ ਸਰੀਰ ਤੇ ਰਾਏ ਜੋਧ ਨੇ ਵੀ ਸਤਿਗੁਰਾਂ ਦੇ ਵਾਂਗ ਜੰਗੀ ਜਿਹੜੀ ਪੁਸ਼ਾਕ ਹੈ ਉਹ ਪਹਿਨ ਲਈ ਹੈ। ਉੱਪਰ ਬੜੇ ਖਤਰਨਾਕ ਤੇ ਜਿਹੜੇ ਬੜੇ ਭਾਰੀ ਹਥਿਆਰ ਉਹ ਸਜਾ ਲਏ ਹਨ। ਤੇ ਉਸੇ ਵੇਲੇ ਬਲਵਾਨ ਘੋੜੇ ਤੇ ਸਵਾਰ ਹੋ ਕੇ ਇੱਧਰ ਆਇਆ ਹੈ ਤੇ ਤਿਆਰ ਬਰ ਤਿਆਰ ਹੋ ਕੇ ਜਿੱਥੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਚੱਲਣ ਤੋਂ ਪਹਿਲਾਂ ਖੜੇ ਸਨ, ਇਹਨੇ ਜਾ ਕਰਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਸੀਸ ਰੱਖਿਆ ਹੈ।
ਸ਼ਾਹ ਕੋ ਆਨਾ। ਇਹ ਇਕੱਲਾ ਆਪ ਹੀ ਨਹੀਂ ਆਇਆ, ਇਹਦਾ ਇੱਕ ਬਲਵਾਨ ਬਹਾਦਰ ਇੱਕ ਭਰਾ ਸੀਗਾ ਜਿਹਦਾ ਇਤਿਹਾਸ ਦੇ ਵਿੱਚ ਨਾਮ ਹੈ ਸਲੇਮ ਸ਼ਾਹੂ। ਇਹ ਰਾਏ ਜੋਧ ਸ਼ਾਹ ਤੇ ਸਲੇਮ ਸ਼ਾਹ ਦੋਨੋਂ ਬਹਾਦਰ ਜਿਹੜੇ ਭਰਾ ਹਨ, ਤਿਆਰ ਬਰ ਤਿਆਰ ਹੋ ਕਰਕੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਗਏ ਹਨ। ਦੋਨੋਂ ਜੋਧਾ ਬਲੀ ਮਹਾਨਾ। ਤੇ ਇਲਾਕੇ ਦੇ ਵਿੱਚ ਦੋਨਾਂ ਦੀ ਬਹਾਦਰੀ ਦੇ ਕਿੱਸੇ ਗਾਏ ਜਾਂਦੇ ਸਨ। ਦੋਨੋਂ ਬਲਵਾਨ ਹਨ। ਸਾਦਰ ਸਤਿਗੁਰ ਪਾਸ ਬਿਠਾਏ। ਤੇ ਸਤਿਗੁਰਾਂ ਨੇ ਬੜੇ ਸਤਿਕਾਰ ਦੇ ਨਾਲ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਨੂੰ ਥਾਪੜਾ ਦਿੱਤਾ ਹੈ, ਕੋਲ ਬਿਠਾਇਆ ਹੈ। 1000 ਸੈਨ ਸੰਗ ਲਿਆਏ। ਇਹਨਾਂ ਦੇ ਕੋਲ ਜਿੰਨੀ ਕੋ ਸੈਨਾ ਹੈ 1000 ਸਿਪਾਹੀ ਇਹ ਦੋਨੋਂ ਭਰਾ ਨਾਲ ਲੈ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੇ ਹਨ। ਜੋਧ ਰਾਏ ਕਹੈ ਸੁਣ ਗੁਰ ਪੂਰੇ। ਤੇ ਉਸ ਵੇਲੇ ਰਾਏ ਜੋਧ ਕਹੈ ਸੁਣ ਗੁਰ ਪੂਰੇ। हे ਗਰੀਬ ਨਿਵਾਜ, ਪੂਰਨ ਸਤਿਗੁਰੂ ਪੂਰਨ ਪਰਮੇਸ਼ਰ ਗਰੀਬ ਨਿਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਓ। ਆਪ ਅਰੁਡੇ ਬੋ ਮਨੈ ਜਰੂਰੇ। ਸਤਿਗੁਰੂ ਜੀ ਅਸੀਂ ਵੀ ਤਿਆਰ ਬਰ ਤਿਆਰ ਹੋ ਗਏ ਹਾਂ, ਸਾਡੀ ਵੀ ਸੈਨਾ ਆ ਗਈ ਹੈ, ਹੁਣ ਆਪਾਂ ਚਾਲਾ ਪਾਈਏ, ਹੁਣ ਅਸੀਂ ਜਾ ਸਕਦੇ ਹਾਂ। ਸ੍ਰੀ ਹਰਿਗੋਬਿੰਦ ਕੇਰਾ ਉਚਾਰੀ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਾਏ ਜੋਧ ਨੂੰ ਔਰ ਇਹਦੇ ਸੈਨਿਕਾਂ ਨੂੰ ਤੱਕ ਕੇ ਬਚਨ ਕੀਤਾ ਹੈ। ਹਮ ਬੈਠੇ ਬਨ ਕਰ ਅਬ ਤਿਆਰੀ। ਹੇ ਰਾਏ ਜੋਧ, ਅਸੀਂ ਤਾਂ ਲੰਮੇ ਸਮੇਂ ਤੋਂ ਤਿਆਰ ਹੋ ਕੇ ਬਿਲਕੁਲ ਖੜੇ ਹਾਂ। ਪਹਿਲੇ ਪਹਿਰ ਦਿਵਸ ਕੋ ਡੇਰਾ। ਚਲੋ ਹੁਣ ਚੱਲਦੇ ਹਾਂ। ਤੇ ਦਿਨ ਦਾ ਜਿਹੜਾ ਪਹਿਲਾ ਪਹਿਰ ਹੈ, ਸਵੇਰ ਦਾ ਜਿਹੜਾ ਸਮਾਂ ਹੈ, ਇਸ ਸਮੇਂ ਦੇ ਵਿੱਚ ਹੀ ਅਸੀਂ ਉੱਥੇ ਪਹੁੰਚਦੇ ਹਾਂ। ਗਮਨ ਕਰੇ ਤਾਲ ਜਲ ਘੇਰਾ। ਉੱਥੇ ਪਹੁੰਚ ਕੇ ਤੇ ਜਿਹੜਾ ਜਲ ਦਾ ਬਹੁਤ ਵੱਡਾ ਤਲਾਬ ਹੈ, ਅਸੀਂ ਉਹਨੂੰ ਜਾ ਕੇ ਘੇਰ ਲਵਾਂਗੇ, ਉੱਥੇ ਜਾ ਕੇ ਟਿਕਾਣਾ ਕਰਦੇ ਹਾਂ। ਨਾਮ ਜਾਨ ਭਾਈ ਹੈ ਮੇਲਾ। ਤੇ ਉਸ ਵੇਲੇ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬਾਬਾ ਬਿਧੀ ਚੰਦ ਜੀ ਨੇ ਜਦੋਂ ਪਹਿਲਾ ਘੋੜਾ ਲਿਆਂਦਾ ਜਿਹਦਾ ਨਾਮ ਹੈ ਦਿਲਬਾਗ, ਤੇ ਸਤਿਗੁਰੂ ਜੀ ਉਹਨੂੰ ਕਿਆ ਕਰਦੇ ਸਨ, ਜਾਨ ਭਾਈ। ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਘੋੜਾ ਕੋਲ ਮੰਗਵਾਇਆ ਹੈ। ਦੂਸਰ ਕੋ ਨਾਮ ਸੁਹੇਲਾ। ਤੇ ਸਤਿਗੁਰਾਂ ਨੇ ਜਿਹੜਾ ਦੂਸਰਾ ਘੋੜਾ ਬਾਬਾ ਬਿਧੀ ਚੰਦ ਜੀ ਬਾਅਦ ਵਿੱਚ ਲੈ ਕੇ ਆਏ ਸਨ, ਜਿਹਦਾ ਨਾਮ ਹੈ ਗੁਲਬਾਗ, ਉਹਨੂੰ ਸਤਿਗੁਰੂ ਜੀ ਸੁਹੇਲਾ ਕਿਆ ਕਰਦੇ ਸਨ। ਦੋਨਾਂ ਦੇ ਉੱਪਰ ਸੋਹਣੀਆਂ ਜਿਹੜੀਆਂ ਕੀਮਤੀ ਘੋੜਿਆਂ ਦੇ ਉੱਪਰ ਕਾਠੀਆਂ ਗਰੀਬ ਨਿਵਾਜ ਸਤਿਗੁਰਾਂ ਨੇ ਲਗਵਾਈਆਂ ਹਨ। ਤੇ ਇਹ ਕੀਮਤੀ ਹੀਰਿਆਂ ਦੇ ਨਾਲ, ਰਤਨਾਂ ਦੇ ਨਾਲ ਜੜੀਆਂ ਹੋਈਆਂ ਜਿਹੜੀਆਂ ਕਾਠੀਆਂ ਕੀਮਤੀ ਘੋੜਿਆਂ ਤੇ ਸਜਾਈਆਂ ਹੋਈਆਂ ਹਨ, ਇਹ ਬਹੁਤ ਸੁੰਦਰ ਲੱਗ ਰਹੀਆਂ, ਸ਼ੋਭਾ ਪਾ ਰਹੀਆਂ ਹਨ। ਕਹਿਓ ਜਾਨ ਭਾਈ ਮੰਗਵਾਇਓ। ਤੇ ਸਤਿਗੁਰਾਂ ਨੇ ਹੁਕਮ ਕੀਤਾ, ਗੁਰੂ ਕੇ ਸੇਵਕਾਂ ਨੇ ਝਾਟੀ ਉਹ ਜਿਹੜਾ ਘੋੜਾ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਕੀਤਾ ਹੈ। ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ ਜਿਹੜਾ ਬਾਅਦ ਵਿੱਚ ਘੋੜਾ ਲਿਆਂਦਾ ਹੈ ਜਿਹਦਾ ਨਾਮ ਸੁਹੇਲਾ ਹੈ, ਗੁਲਬਾਗ ਘੋੜਾ, ਇੱਕ ਦਿਨ ਪਹਿਲਾਂ ਲਿਆਂਦਾ ਹੈ, ਕਿਲੇ ਦੇ ਵਿੱਚੋਂ ਕੰਧ ਟਪਾ ਕੇ ਦਰਿਆ ਦੇ ਵਿੱਚ ਦੀ ਕੱਢ ਕੇ ਤੇ ਲੰਮਾ ਸਫ਼ਰ ਤੈਅ ਕਰਕੇ ਬਾਬਾ ਬਿਧੀ ਚੰਦ ਜੀ ਪਹੁੰਚੇ ਸਨ। ਉਸ ਘੋੜੇ ਨੂੰ ਮਾਲਿਸ਼ ਕੀਤੀ ਗਈ ਹੈ, ਥੱਕਿਆ ਹੋਇਆ ਘੋੜਾ ਹੈ। ਤੇ ਗਰੀਬ ਨਿਵਾਜ ਸਤਿਗੁਰੂ ਜੀ ਕਹਿਣ ਲੱਗੇ, ਉਸ ਘੋੜੇ ਨੂੰ ਉੱਪਰ ਸਵਾਰੀ ਨਹੀਂ ਕਰਨੀ ਹੈ। ਤੇ ਸਤਿਗੁਰਾਂ ਨੇ ਬਚਨ ਕੀਤਾ, ਸ਼ਰਮਤ ਸੁਹੇਲਾ ਲੱਖ ਸੋ ਆਨਿਓ, ਜਿਹੜਾ ਘੋੜਾ ਥੱਕਿਆ ਹੋਇਆ ਹੈ ਉਸ ਨੂੰ ਵੀ ਲੈ ਕੇ ਆਵੋ ਜੀ। ਉਹਦਾ ਰੱਸਾ ਹੱਥ ਦੇ ਵਿੱਚ ਪਕੜ ਲਵੋ, ਉਹਦੇ ਤੇ ਕੋਈ ਸਵਾਰੀ ਨਹੀਂ ਕਰੇਗਾ, ਉਹਨੂੰ ਵੀ ਨਾਲ ਲੈ ਕੇ ਚੱਲਾਂਗੇ। ਤੇ ਗੁਰੂ ਕੇ ਪਿਆਰੇ ਸਤਿਗੁਰਾਂ ਦਾ ਹੁਕਮ ਪ੍ਰਾਪਤ ਕਰਕੇ ਉਸ ਨੂੰ ਵੀ ਲੈ ਆਏ ਹਨ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਰਾਏ ਜੋਧ ਉੱਪਰ ਬੜੇ ਪ੍ਰਸੰਨ ਹੋਏ ਹਨ ਕਿ ਬੜੇ ਪਿਆਰ ਦੇ ਨਾਲ ਆਪਣੀ ਸਾਰੀ ਜਿਹੜੀ ਸੈਨਾ ਹੈ ਉਹਨੂੰ ਇਕੱਠੇ ਕਰਕੇ ਆਪਣੇ ਭਾਈ ਨੂੰ ਵੀ ਨਾਲ ਲੈ ਕਰਕੇ, ਸੈਨਾਪਤੀਆਂ ਨੇ ਨਾਲ ਲੈ ਕਰਕੇ
ਤੇ ਹਾਜ਼ਰ ਹੋ ਗਿਆ ਹੈ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਵੇਂ ਕਦੇ ਦਸਮ ਪਿਤਾ ਗਰੀਬ ਨਿਵਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਪੀਰ ਬੁੱਧੂ ਸ਼ਾਹ 'ਤੇ ਬੜੇ ਖੁਸ਼ ਹੋਏ ਸਨ ਜਦੋਂ ਉਹ ਆਪਣੀ ਸੈਨਾ ਲੈ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਸੀ। ਭੰਗਾਣੀ ਦੇ ਯੁੱਧ ਦੇ ਵਿੱਚ ਸਤਿਗੁਰਾਂ ਦਾ ਸਾਥ ਦਿੱਤਾ ਸੀਗਾ ਤੇ ਗਰੀਬ ਨਿਵਾਜ ਬੜੇ ਪ੍ਰਸੰਨ ਹੋਏ ਸਨ। ਉਸੇ ਤਰ੍ਹਾਂ ਰਾਏ ਯੋਧ ਦੇ ਉੱਪਰ ਛੇਵੇਂ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਹਨ ਤੇ ਸਤਿਗੁਰਾਂ ਨੇ ਪਿਆਰ ਦੇ ਨਾਲ ਉਸ ਨੂੰ ਬਾਂਹ ਤੋਂ ਪਕੜਿਆ ਹੈ ਤੇ ਸਤਿਗੁਰੂ ਜੀ ਅੱਗੇ ਹੋ ਕੇ ਘੋੜੇ ਤੇ ਸਵਾਰ ਹੋਏ ਹਨ। ਤੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਰਾਏ ਯੋਧ ਜਿਹੜੇ ਘੋੜੇ ਤੇ ਚੜਿਆ ਹੈ ਉਹ ਵੀ ਬੜਾ ਬਲਵਾਨ ਤੇ ਕੀਮਤੀ ਘੋੜਾ ਹੈ, ਉਹਦੀ ਵੀ ਤਾਰੀਫ ਕੀਤੀ ਹੈ। ਤੇ ਗਰੀਬ ਨਿਵਾਜ ਪਾਤਸ਼ਾਹ ਜੀ ਜਿਸ ਘੋੜੇ ਤੇ ਸਵਾਰ ਹੋਏ ਹਨ ਉਹ ਵੀ ਕੀਮਤੀ ਤੇਜ ਘੋੜਾ ਹੈ। ਤੇ ਜਿਸ ਤਰ੍ਹਾਂ ਕਹਿਣ ਲੱਗੇ ਵਿਸ਼ਨੂੰ ਗਰੁੜ ਤੇ ਸਵਾਰ ਹੁੰਦਾ ਹੈ, ਚੱਲਦਾ ਹੈ, ਕਿਹਾ ਜਾਂਦਾ ਹੈ ਉਹਦੀ ਸਵਾਰੀ ਇਹ ਹੈ। ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੇਜ ਘੋੜੇ ਤੇ ਸਵਾਰ ਹੋਏ ਹਨ ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਘੋੜੇ ਤੇ ਸਵਾਰ ਹੋਏ, ਰਾਏ ਯੋਧ ਵੀ ਘੋੜੇ ਤੇ ਸਵਾਰ ਹੋਇਆ ਹੈ ਤੇ ਪਾਤਸ਼ਾਹ ਜੀ ਅੱਗੇ ਚੱਲਦੇ ਹੋਏ ਇਸ ਤਰ੍ਹਾਂ ਬਚਨ ਕਰ ਰਹੇ ਸਨ ਤੇ ਸਤਿਗੁਰਾਂ ਨੂੰ ਤੱਕ ਕੇ ਤੇ ਰਾਏ ਯੋਧ ਨੂੰ ਤੱਕ ਕੇ ਸਤਿਗੁਰਾਂ ਦੇ ਜਿਹੜੇ ਸੈਨਿਕ ਸਨ ਤੇ ਰਾਏ ਯੋਧ ਦੇ ਜਿਹੜੇ ਸਾਥੀ ਸਨ ਸਾਰੇ ਬੜੇ ਖੁਸ਼ ਤੇ ਸਾਰਿਆਂ ਦੇ ਮਨ ਦੇ ਵਿੱਚ ਭਾਰੀ ਉਤਸ਼ਾਹ ਹੈ। ਤੇ ਸਤਿਗੁਰੂ ਜੀ ਜਦੋਂ ਸਵਾਰ ਹੋਏ ਤੇ ਉਸੇ ਵੇਲੇ ਨਗਾਰਿਆਂ ਤੇ ਚੋਟਾਂ ਲਾਈਆਂ ਗਈਆਂ। ਰਾਏ ਯੋਧ ਦਾ ਜਿਹੜਾ ਦਲ ਹੈ ਉਹਨਾਂ ਨੇ ਵੀ ਨਗਾਰਾ ਵਜਾਇਆ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਦਲ ਵਾਲੇ ਪਾਸੇ ਵੀ ਉੱਚੀ ਚੋਟ ਨਗਾਰਿਆਂ ਤੇ ਲੱਗੀ ਹੈ ਤੇ ਨਗਾਰੇ ਦੀ ਆਵਾਜ਼ ਸੁਣਦਿਆਂ ਹੀ ਵੱਡਾ ਜਿਹੜਾ ਦਲ ਹੈ ਪਾਤਸ਼ਾਹ ਜੀ ਦਾ ਚੱਲ ਪਿਆ ਹੈ। ਉਸ ਵੇਲੇ 3000 ਦੀ ਗਿਣਤੀ ਜਿਹੜੀ ਹੈ ਉਹ ਸਤਿਗੁਰਾਂ ਦੀ ਜਿਹੜੀ ਫੌਜ ਹੈ, ਸਿੱਖਾਂ ਦੀ ਜਿਹੜੀ ਫੌਜ ਹੈ ਉਸ ਦੀ ਹੈ। ਤੇ ਉਸ ਵੇਲੇ ਰਾਏ ਯੋਧ ਜਿਹੜਾ ਆਪਣੇ ਸਾਥੀ ਲੈ ਕੇ ਆਇਆ ਹੈ ਇਹਨਾਂ ਦੀ ਗਿਣਤੀ 1000 ਦੇ ਵਿੱਚ ਹੈ ਤੇ 4000 ਦੀ ਦੋ ਦਲਾਂ ਦੀ ਜਿਹੜੀ ਸੈਨਾ ਉਹ ਰਲ ਕੇ ਚੱਲੀ ਹੈ। ਇਹਨਾਂ ਦੇ ਮਨ ਦੇ ਵਿੱਚ ਲੜਨ ਦਾ ਬਹੁਤ ਵੱਡਾ ਚਾਅ ਹੈ, ਉਤਸ਼ਾਹ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਇਸ਼ਾਰੇ ਦੇ ਵਿੱਚ ਇਹ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਦੁਸ਼ਮਣਾਂ ਦੇ ਨਾਲ ਲੜਨ ਵਾਸਤੇ ਤਿਆਰ ਹਨ। ਬਲੀ ਯੋਧੇ ਚੱਲੇ ਹਨ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਗਾਰੇ ਵੱਜਦੇ ਜਾ ਰਹੇ ਹਨ ਤੇ ਰਾਏ ਯੋਧ ਸਤਿਗੁਰੂ ਜੀ ਅੱਗੇ ਅੱਗੇ ਚੱਲ ਰਹੇ ਹਨ ਤੇ ਰਾਏ ਯੋਧ ਵੀ ਛੇਵੇਂ ਪਾਤਸ਼ਾਹ ਜੀ ਦੇ ਬਰਾਬਰ ਇੱਕ ਘੋੜੇ ਨੂੰ ਚਾਬਕ ਮਾਰਦਾ ਹੋਇਆ ਚੱਲ ਰਿਹਾ ਹੈ ਤੇ ਸਤਿਗੁਰਾਂ ਦੇ ਪਾਸ ਵੀ ਔਰ ਰਾਏ ਯੋਧ ਦੇ ਪਾਸ ਵੀ ਬਹੁਤ ਬਹਾਦਰ ਕੀਮਤੀ ਤੇਜ ਘੋੜੇ ਹਨ ਤੇ ਸਤਿਗੁਰੂ ਜੀ ਫਿਰ ਜਦੋਂ ਉੱਥੋਂ ਚੱਲੇ ਹਨ ਤੇ ਇਤਿਹਾਸ ਦੇ ਵਿੱਚ ਸਤਿਗੁਰੂ ਜੀ ਜਦੋਂ ਜਾ ਰਹੇ ਹਨ ਤੇ ਰਾਏ ਯੋਧ ਦੇ ਨਾਲ ਬਾਬਾ ਬਿਧੀ ਚੰਦ ਜੀ ਜਿਸ ਤਰ੍ਹਾਂ ਘੋੜੇ ਲੈ ਕਰਕੇ ਆਏ ਸਨ, ਸਾਰੀ ਜਿਹੜੀ ਵਿਧੀ ਹੈ ਜਿਸ ਤਰ੍ਹਾਂ ਬਾਹਰ ਨਿਕਲੇ ਸਨ ਬਾਬਾ ਬਿਧੀ ਚੰਦ ਜੀ ਤੇ ਚਤੁਰਾਈ ਦੇ ਨਾਲ ਉਹ ਵਿਚਾਰਾਂ ਰਸਤੇ ਦੇ ਵਿੱਚ ਪਾਤਸ਼ਾਹ ਜੀ ਔਰ ਰਾਏ ਯੋਧ ਆਪਸ ਦੇ ਵਿੱਚ ਕਰ ਰਹੇ ਹਨ। ਕਹਿਣ ਲੱਗੇ ਬਾਦਸ਼ਾਹ ਦੇ ਕਿਲੇ ਦੇ ਵਿੱਚੋਂ ਘੋੜੇ ਕੱਢਣਾ ਬਹੁਤ ਔਖਾ ਕੰਮ ਸੀਗਾ ਤੇ ਕਹਿਣ ਲੱਗੇ ਕਿਲਾ ਜਿਹੜਾ ਸੀਗਾ ਗਰੀਬ ਨਿਵਾਜ ਵਿਖਮ ਸਥਾਨ ਸ਼ਾਹੋ ਕੇ ਤੀਰ, ਬਾਦਸ਼ਾਹ ਦੇ ਨੇੜੇ ਮਹਿਲ ਦੇ ਕੋਲ ਕਿਲਾ ਜਿਹੜਾ ਹੈ ਉਹ ਬਹੁਤ ਔਖਾ ਸੀਗਾ, ਵੱਡਾ ਸੀਗਾ।
ਤੇ ਸਹਿਜ ਸੁਭਾਵਕ ਵੱਡੀ ਗਿਣਤੀ ਦੇ ਵਿੱਚ ਉੱਥੇ ਯੋਧੇ ਔਰ ਚੌਂਕੀਆਂ ਪਹਿਰੇਦਾਰ ਸਖਤ ਪਹਿਰਾ ਲੱਗਿਆ ਰਹਿੰਦਾ ਸੀਗਾ। ਬਲ ਬੁੱਧ ਤੇ ਬੜ ਕਰੀ ਦਲੇਰੀ। ਪਰ ਬਾਬਾ ਬਿਧੀ ਚੰਦ ਜੀ ਨੇ ਚਤੁਰ ਸਨ, ਤੇਜ ਸਨ, ਤੇ ਕਹਿਣ ਲੱਗੇ ਬਲ ਬੁੱਧ ਤੇ ਵੱਡ ਕਰੀ ਦਲੇਰੀ, ਬਹੁਤ ਵੱਡੀ ਦਲੇਰੀ, ਬਾਦਸ਼ਾਹ ਦੇ ਕਿਲੇ ਦੇ ਵਿੱਚ ਦਾਖਲ ਹੋਣਾ, ਫਿਰ ਕਿਲੇ ਦੀ ਦੀਵਾਰ ਦੇ ਉੱਪਰੋਂ ਦੀ ਛਾਲ ਮਰਵਾ ਕੇ ਘੋੜੇ ਨੂੰ ਬਾਹਰ ਕੱਢਣਾ, ਦਰਿਆ ਦੇ ਵਿੱਚ ਦੀ ਠੇਲ ਕੇ ਫਿਰ ਸਾਡੇ ਕੋਲ ਆ ਜਾਣਾ, ਇਹ ਦਲੇਰ ਮਰਦ ਸੂਰਮੇ ਦਾ ਕੰਮ ਹੈ। ਬਣਿਓ ਕਸੇਰਾ ਸੇਵਕ ਹਨੇਰੀ। ਤੇ ਕਸੇਰਾ ਬਣ ਕੇ, ਘਾਈ ਬਣ ਕੇ ਪਹਿਲਾ ਘੋੜਾ ਲੈਣਗੇ ਬਾਬੇ ਬਿਧੀ ਚੰਦ ਜੀ ਨੇ ਇਹ ਵੱਡਾ ਕਾਰਜ ਕੀਤਾ ਹੈ। ਹਏ ਗੁਣ ਬੜੇ ਸ਼ਾਹ ਕੋ ਪਿਆਰੇ। ਤੇ ਇਹ ਜਿਹੜੇ ਘੋੜੇ ਸਨ ਦਿਲਬਾਗ ਤੇ ਗੁਲਬਾਗ, ਇਹਨਾਂ ਦੇ ਵਿੱਚ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਚਨ ਕਰ ਰਹੇ ਸਨ ਰਾਏ ਯੋਧ ਦੇ ਨਾਲ। ਕਹਿਣ ਲੱਗੇ ਬਾਦਸ਼ਾਹ ਇਸੇ ਕਰਕੇ ਬੇਈਮਾਨ ਹੋ ਗਿਆ ਸੀਗਾ, ਇਹ ਅਸਲ ਦੇ ਵਿੱਚ ਘੋੜੇ ਹੈ ਹੀ ਬੜੇ ਗੁਣੀ ਤੇ ਬੜੇ ਤੇਜ਼ ਹਨ, ਕੋਈ ਵੀ ਦੇਖ ਕੇ ਲੁਭਾਏਮਾਨ ਹੋ ਸਕਦਾ ਹੈ। ਘੋੜੇ ਹੈ ਹੀ ਇਤਨੇ ਸੁੰਦਰ ਤੇ ਕੀਮਤੀ ਹਨ। ਗਰੀਬ ਨਿਵਾਜ ਸਤਿਗੁਰਾਂ ਨੇ ਬਚਨ ਕੀਤਾ, ਹੈ ਗੁਣ ਵੱਡੇ ਸ਼ਾਹੂ ਕੋ ਪਿਆਰੇ। ਇਹਨਾਂ ਦੇ ਗੁਣਾਂ ਕਰਕੇ ਹੀ ਬਾਦਸ਼ਾਹ ਨੂੰ ਇਹ ਘੋੜੇ ਪਿਆਰੇ ਹੋ ਗਏ, ਤੇ ਉਹ ਆਪਣੇ ਦਲ ਦੇ ਨਾਲ, ਆਪਣੀ ਸਵਾਰੀ ਦੇ ਨਾਲ ਅਗਲੇ ਪਾਸੇ ਲਾ ਕਰਕੇ ਸੋਹਣੇ ਦਰਸ਼ਨੀ ਜਿਹੜੇ ਘੋੜੇ ਸਨ ਉਹਨਾਂ ਨੂੰ ਨਾਲ ਲੈ ਕੇ ਚੱਲਦਾ ਸੀਗਾ। ਕਰੇ ਸੇਵਕ ਮਤਵਾਰੇ। ਪਰ ਬਾਬਾ ਬਿਧੀ ਚੰਦ ਜੀ ਨੇ ਪਹਿਲਾਂ ਘਾਈ ਬਣ ਕੇ ਤੇ ਜਿਹੜੇ ਬਾਦਸ਼ਾਹ ਦੇ ਸੈਨਿਕ ਅਹਿਲਕਾਰ ਸਨ ਉਹਨਾਂ ਨੂੰ ਸ਼ਰਾਬ ਦੇ ਨਸ਼ੇ ਦੇ ਵਿੱਚ ਮਸਤ ਕਰਕੇ ਤੇ ਉਹਨਾਂ ਸਾਰਿਆਂ ਨੂੰ ਮੂਰਖ ਬਣਾ ਕੇ ਪਹਿਲਾਂ ਚਤੁਰਾਈ ਦੇ ਨਾਲ ਇੱਕ ਘੋੜਾ ਕੱਢਿਆ ਸੀਗਾ। ਆਨਿਓ ਘੋੜਾ ਪ੍ਰਥਮ ਤੁਦਾਏ। ਤੇ ਕਿਲੇ ਦੀ ਦੀਵਾਰ ਦੇ ਉੱਪਰੋਂ ਦੀ ਛਾਲ ਮਰਵਾਈ ਸੀਗੀ ਇਹਨਾਂ ਘੋੜਿਆਂ ਦੇ ਨਾਲ। ਸਭ ਕੇ ਬਦਨ ਕਲੰਕ ਲਗਾਏ। ਤੇ ਜਿਹੜੇ ਉਸ ਵੇਲੇ ਸੈਨਿਕ ਉੱਥੇ ਮੌਜੂਦ ਸਨ, ਕਿਲੇ ਦਾ ਦਰੋਗਾ ਜਾਂ ਬਹੁਤ ਵੱਡੀਆਂ ਚੌਂਕੀਆਂ ਤੇ ਪਹਿਰੇਦਾਰ ਲੱਗੇ ਸਨ, ਉਹਨਾਂ ਦੇ ਉੱਪਰ ਕਲੰਕ ਲਾ ਦਿੱਤਾ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਚਨ ਕਰ ਰਹੇ ਸਨ। ਕਹਿਣ ਲੱਗੇ ਬਾਦਸ਼ਾਹ ਨੂੰ ਹੰਕਾਰ ਸੀਗਾ ਕਿ ਮੇਰੀ ਪਹਿਰੇਦਾਰੀ ਬਹੁਤ ਵੱਡੀ ਹੈ, ਪਰ ਬਾਬਾ ਬਿਧੀ ਚੰਦ ਜੀ ਨੇ ਸਖਤ ਪਹਿਰੇਦਾਰੀ ਦੇ ਵਿੱਚੋਂ ਘੋੜੇ ਕੱਢ ਕੇ ਤੇ ਉਹਨਾਂ ਦੀ ਜਿਹੜੀ ਪਹਿਰੇਦਾਰੀ ਹੈ ਉਸ ਨੂੰ ਕਲੰਕਿਤ ਕੀਤਾ ਹੈ। ਜੋਧ ਰਾਏ ਤੁਮ ਕਰੋ ਵਿਚਾਰਾ। ਹੇ ਰਾਏ ਜੋਧ, ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ? ਰਸਤੇ ਦੇ ਵਿੱਚ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਅੱਗੇ ਰਾਏ ਜੋਧ ਦੇ ਨਾਲ ਚੱਲਦੇ ਹੋਏ ਨਾਲ ਨਾਲ ਜਿਹੜੇ ਇਹ ਕੀਮਤੀ ਘੋੜੇ ਜਾ ਰਹੇ ਸਨ, ਇਹਨਾਂ ਬਾਰੇ ਵਿਚਾਰਾਂ ਕਰਦੇ ਹੋਏ ਜਾ ਰਹੇ ਸਨ। ਜਿਉਂ ਜਿਉਂ ਪੂਰਬ ਤੁਰੰਗ ਨਿਕਾਰਾ। ਤੇ ਕਹਿਣ ਲੱਗੇ ਕਿ ਅੱਗੋਂ ਫਿਰ ਰਾਏ ਜੋਧ ਵੀ ਬੋਲਦਾ ਹੈ, ਕਹਿਣ ਲੱਗਾ ਹੇ ਪਾਤਸ਼ਾਹ ਗਰੀਬ ਨਿਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤੁਹਾਡੀ ਕਿਰਪਾ ਦੇ ਨਾਲ ਹੀ ਬਾਬਾ ਬਿਧੀ ਚੰਦ ਜੀ ਨੇ ਇਹ ਵੱਡਾ ਕਾਰਜ ਕੀਤਾ ਹੈ ਤੇ ਪਹਿਲਾ ਘੋੜਾ ਬੜੀ ਚਤੁਰਾਈ ਦੇ ਨਾਲ ਕੱਢਿਆ ਹੈ। ਤੇ ਕਹਿਣ ਲੱਗੇ ਕਿ ਬਾਅਦ ਵਿੱਚ ਦੁਬਾਰਾ ਫਿਰ ਬਾਬਾ ਬਿਧੀ ਚੰਦ ਜੀ ਗਏ ਤੁਹਾਡੇ ਥਾਪੜੇ ਦੇ ਨਾਲ, ਤੇ ਉਸੇ ਕਿਲੇ ਦੇ ਵਿੱਚੋਂ ਫਿਰ ਇੱਕ ਜੋਤਸ਼ੀ ਬਣ ਕੇ ਤੇ ਘੋੜਾ ਕੱਢ ਕੇ ਲੈ ਕੇ ਆਉਣਾ। ਪਾਤਸ਼ਾਹ ਜੀ ਇਹ ਵੱਡਾ ਕਾਰਜ, ਔਖਾ ਕਾਰਜ ਸੀਗਾ। ਤੇ ਕਹਿਣ ਲੱਗੇ ਸਤਿਗੁਰੂ ਜੀ ਰਸਤੇ ਦੇ ਵਿੱਚੋਂ ਦੀ ਲੰਘ ਕੇ ਦਰਿਆ ਦੇ ਵਿੱਚੋਂ ਦੀ ਤੇ ਲੰਮਾ ਸਫ਼ਰ ਤੈਅ ਕਰਕੇ ਆਉਣਾ, ਇਹ ਵੀ ਬਹੁਤ ਵੱਡੀ ਗੱਲ ਹੈ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਰਾਏ ਜੋਧ ਘੋੜਿਆਂ ਦੇ ਗੁਣਾਂ ਦੀ ਔਰ ਬਾਬਾ ਬਿਧੀ ਚੰਦ ਦੀ ਜਿਹੜੀ ਚਤੁਰਾਈ ਹੈ, ਰਸਤੇ ਦੇ ਵਿੱਚ 4 ਕੋਹ ਦਾ ਸਫ਼ਰ ਤੈਅ ਕਰਦਿਆਂ ਹੋਇਆਂ, ਵਿਚਾਰਾਂ ਕਰਦਿਆਂ ਹੋਇਆਂ ਚੱਲ ਰਹੇ ਸਨ। ਕਹਿਣ ਲੱਗੇ ਕਿ ਘੋੜਿਆਂ ਦੇ ਵਿੱਚ ਇੰਨੇ ਗੁਣ ਹਨ ਕਿ ਕੌਣ ਬੰਦਾ ਇਹਨਾਂ ਦੇ ਗੁਣਾਂ ਦੀ ਵਡਿਆਈ ਕਰ ਸਕਦਾ ਹੈ। ਕਹਿਣ ਲੱਗੇ ਇੱਕੋ ਸਰੀਰ ਦੇ ਵਿੱਚ ਇਤਨੇ ਗੁਣ ਘੋੜਿਆਂ ਦੇ ਵਿੱਚ ਹੋਣੇ, ਤੇਜ਼ ਵੀ ਹਨ, ਦਰਿਆ ਦੇ ਵਿੱਚ ਵੀ ਚੱਲ ਸਕਦੇ ਹਨ, ਤਰ ਸਕਦੇ ਹਨ, ਤੇ ਇਸ਼ਾਰਾ ਸਮਝਦੇ ਹਨ, ਤੇ ਚੱਲਦਿਆਂ ਹੋਇਆਂ ਵੀ ਸਵਾਰ ਨੂੰ ਦੁੱਖ ਨਹੀਂ ਹੋਣ ਦਿੰਦੇ, ਹੁਲਾਰਾ ਨਹੀਂ ਵੱਜਣ ਦਿੰਦੇ। ਇਤਨੇ ਸਿਆਣੇ ਤੇ ਕੀਮਤੀ ਘੋੜੇ ਬੜੇ ਚਤੁਰ ਤੇ ਤੇਜ਼ ਹਨ।
ਕਾਂਗੜ ਤੇ ਦੱਖਣ ਦਿਸ਼ ਗਏ। ਇਸ ਤਰ੍ਹਾਂ ਵਿਚਾਰਾਂ ਕਰਦਿਆਂ ਕਰਦਿਆਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਾਂਗੜ ਪਿੰਡ ਦੇ ਵਿੱਚੋਂ ਚੱਲ ਕੇ ਦੱਖਣ ਵਾਲੇ ਪਾਸੇ ਨੂੰ ਵਧੇ ਹਨ। ਮਹਾ ਉਜਾੜ ਬਿਲੋਕਤ ਭਏ। ਤੇ ਜਿਸ ਤਰ੍ਹਾਂ ਰਾਏ ਜੋਧ ਨੇ ਉਹ ਜਗ੍ਹਾ ਦੱਸੀ ਹੈ ਦੱਖਣ ਦੇ ਵਿੱਚ, ਜਿੱਥੇ ਦੁਆਲੇ ਦੁਆਲੇ ਬਹੁਤ ਵੱਡਾ ਉਜਾੜ ਹੈ। ਭਰਿਓ ਬਿਮਲ ਜਲ ਤਾਲ ਨਿਹਾਰਾ। ਉੱਥੇ ਪਹੁੰਚ ਕੇ ਤੇ ਉਜਾੜ ਵਾਲਾ ਇਲਾਕਾ ਲੰਘ ਕੇ ਤੇ ਅੱਗੇ ਜਾ ਕੇ ਇੱਕ ਤਲਾਬ, ਇੱਕ ਵੱਡਾ ਸਾਰਾ ਜਿਹੜਾ ਸਰੋਵਰ ਹੈ, ਉਹ ਲਪਾ ਲੱਪ ਪਾਣੀ। ਛੇਵੇਂ ਪਾਤਸ਼ਾਹ ਔਰ ਰਾਏ ਜੋਧ ਨੇ ਜਾ ਕਰਕੇ ਦੇਖਿਆ ਹੈ। ਜੋਧ ਰਾਏ ਕੋ ਸੰਗ ਵਿਚਾਰਾ। ਤੇ ਕਹਿਣ ਲੱਗੇ ਹੁਣ ਜੋਧ ਰਾਏ ਨੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਉਸ ਪਾਣੀ ਨੂੰ ਦੇਖ ਕੇ ਬੇਨਤੀ ਕੀਤੀ ਹੈ। ਮਹਾਰਾਜ ਇਹ ਥਾਨ ਮਹਾਨਾ। ਇਹ ਛੇਵੇਂ ਪਾਤਸ਼ਾਹ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਇਹ ਬੜੀ ਚੰਗੀ ਜਗ੍ਹਾ ਹੈ, ਬੜੀ ਮਹਾਨ ਯੁੱਧ ਕਰਨ ਵਾਸਤੇ ਸੋਹਣੀ ਚੰਗੀ ਜਗ੍ਹਾ ਹੈ। ਤੇ ਅਸੀਂ ਕਈ ਵਾਰ ਪਹਿਲਾਂ ਵੀ ਜੰਗ ਲੜਨ ਵਾਸਤੇ ਇੱਥੇ ਕਈ ਵਾਰ ਵਿਉਂਤ ਬਣਾਈ ਸੀਗੀ ਕਿ ਅਗਾਂਹ ਕਦੇ ਲੋੜ ਪਏਗੀ ਤੇ ਇਸ ਜਗ੍ਹਾ ਤੇ ਪਹੁੰਚ ਕੇ ਜੰਗ ਅਸੀਂ ਲੜਾਂਗੇ। ਇੱਥੇ ਜੰਗ ਲੜਨਾ ਸੌਖਾ ਹੈ। ਪਾਤਸ਼ਾਹ ਜੀ, ਮੇਰੇ ਮਨ ਦੇ ਵਿੱਚ ਪਹਿਲਾਂ ਵੀ ਕਈ ਵਾਰੀ ਵਿਚਾਰ ਚੱਲ ਰਿਹਾ ਸੀਗਾ, ਜੇ ਕਿਤੇ ਹੁਣ ਇਸ ਤਰ੍ਹਾਂ ਦਾ ਸਮਾਂ ਬਣਿਆ ਜੰਗ ਦਾ ਤੇ ਮੈਂ ਵੀ ਇੱਥੇ ਆ ਕੇ ਹੀ ਲੜਨਾ ਸੀਗਾ। ਦੂਰ ਦੂਰ ਲਗ ਬੜੀ ਗੁਜ਼ਾਰੀ। ਤੇ ਸਤਿਗੁਰੂ ਜੀ, ਇੱਥੇ ਹੁਣ ਸਾਡੇ ਪਾਸ ਪਾਣੀ ਹੈ, ਤਲਾਬ ਹੈ, ਪਰ ਦੂਰ ਦੂਰ ਤੱਕ ਆਸ-ਪਾਸ ਉਜਾੜ ਹੀ ਉਜਾੜ ਹੈ, ਹੋਰ ਕਿਤੇ ਵੀ ਪਾਣੀ ਦਾ ਪ੍ਰਬੰਧ ਨਹੀਂ ਹੈ। ਤੇ ਸਤਿਗੁਰੂ ਜੀ, ਖੋਜ ਕਰਦਿਆਂ ਕਰਦਿਆਂ ਵੀ ਕਿਸੇ ਨੂੰ ਵੀ ਐਸੀ ਜਿਹੜੀ ਸੋਹਣੀ ਜਗ੍ਹਾ ਨਹੀਂ ਮਿਲ ਸਕਦੀ ਹੈ। ਹੇ ਛੇਵੇਂ ਪਾਤਸ਼ਾਹ ਗਰੀਬ ਨਿਵਾਜ, ਅਸੀਂ ਕਈ ਵਾਰ ਆਉਂਦਿਆਂ ਜਾਂਦਿਆਂ ਇਸ ਜਗ੍ਹਾ ਨੂੰ ਤੱਕਿਆ ਹੈ ਤੇ ਕਈ ਵਾਰ ਮੈਂ ਸ਼ਿਕਾਰ ਖੇਡਦਾ ਹੋਇਆ ਵੀ ਇਸ ਜਗ੍ਹਾ ਤੇ ਆਇਆ ਹਾਂ, ਪਹੁੰਚਿਆ ਹਾਂ। ਮੈਂ ਕਈ ਵਾਰ ਇਸ ਜਗ੍ਹਾ ਬਾਰੇ ਵਿਚਾਰ ਕੀਤਾ ਹੈ। ਜਦੋਂ ਦੁਸ਼ਮਣ ਟੁੱਟ ਕੇ ਪਏਗਾ, ਵੱਡੀ ਗਿਣਤੀ ਦੇ ਵਿੱਚ ਇੱਥੇ ਆਏਗਾ ਤੇ ਸਤਿਗੁਰੂ ਜੀ, ਜੋ ਅਸੀਂ ਚਾਹਾਂਗੇ, ਜਿਸ ਤਰ੍ਹਾਂ ਅਸੀਂ ਕਰਨਾ ਚਾਹੁੰਦੇ ਹਾਂ, ਉਸੇ ਤਰ੍ਹਾਂ ਸਾਡਾ ਦਾਉ ਪੇਚ ਚਤੁਰਾਈ ਇੱਥੇ ਚੱਲ ਸਕਦੀ ਹੈ। ਆਪਣੇ ਢੰਗ ਦੇ ਨਾਲ ਅਸੀਂ ਯੁੱਧ ਕਰ ਸਕਦੇ ਹਾਂ ਤੇ ਜਿਹੜਾ ਵੀ ਦੁਸ਼ਮਣ ਇੱਥੇ ਚੱਲ ਕੇ ਆਏਗਾ ਮਾਰਿਆ ਜਾਏਗਾ। ਦੁਆਲੇ ਦੁਆਲੇ ਜੰਗਲ ਹੈ ਤੇ ਅਸੀਂ ਛੋਟੀ ਜੀ ਫੌਜ ਦੇ ਨਾਲ ਵੀ ਬਹੁਤ ਵੱਡਾ ਮੁਕਾਬਲਾ ਵੱਡੀ ਸੈਨਾ ਦਾ ਆਸਾਨੀ ਦੇ ਨਾਲ ਕਰ ਸਕਾਂਗੇ। ਮੋਰਚਾਬੰਦੀ ਹਰ ਤਰੀਕੇ ਦੇ ਨਾਲ ਇੱਥੇ ਸੋਹਣੀ ਹੋ ਸਕਦੀ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਤੇ ਸਤਿਗੁਰੂ ਜੀ ਨੇ ਉਸ ਜਗ੍ਹਾ ਨੂੰ ਦੇਖਿਆ ਹੈ, ਖੁਸ਼ ਹੋਏ ਹਨ ਤੇ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ, ਸ਼ਾਬਾਸ਼ ਸ਼ਾਬਾਸ਼, ਬਹੁਤ ਸੋਹਣੀ ਜਗ੍ਹਾ ਤੇ ਸਾਨੂੰ ਲੈ ਕੇ ਆਏ ਹੋ। ਤੇ ਸਤਿਗੁਰੂ ਜੀ ਇਸ ਤਰ੍ਹਾਂ ਬਚਨ ਕਰਦੇ ਹੋਏ ਸਰੋਵਰ ਦੇ ਕੰਢੇ ਉੱਥੇ ਘੋੜੇ ਤੋਂ ਥੱਲੇ ਉਤਰੇ ਹਨ ਤੇ ਆਪਣੇ ਨੇਤਰਾਂ ਦੇ ਨਾਲ ਉੱਜਲ ਸਾਫ਼ ਜਲ ਛੇਵੇਂ ਪਾਤਸ਼ਾਹ ਜੀ ਨੇ ਦੇਖਿਆ ਹੈ ਤੇ ਉਸ ਵੇਲੇ ਫਿਰ ਜਿਹੜੀ ਬਾਕੀ ਸੈਨਾ ਹੈ ਉਹਨਾਂ ਨੇ ਵੀ ਝਾਟੇ ਉਤਾਰਾ ਕੀਤਾ ਹੈ ਤੇ ਆਪਣੇ ਆਪਣੇ ਤੰਬੂ ਕੱਢ ਲਏ ਹਨ ਤੇ ਕਹਿਣ ਲੱਗੇ, ਜਿਹੜਾ ਤਲਾਬ ਭਰਿਆ ਹੋਇਆ ਸੀਗਾ ਉਹਦੀਆਂ ਚਾਰ ਜਿਹੜੀਆਂ ਦਿਸ਼ਾਵਾਂ ਸੈਨਾ ਨੇ ਮੱਲ ਲਈਆਂ ਹਨ ਤੇ ਛੇਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ ਤੇ ਹੁਕਮ ਦੇ ਵਿੱਚ ਸਾਰੇ ਯੋਧੇ ਤਿਆਰ ਬਰ ਤਿਆਰ, ਬਾਜ ਦੇ ਤਰ੍ਹਾਂ ਦੀਆਂ ਉਹਨਾਂ ਦੀਆਂ ਅੱਖਾਂ ਸਨ
ਤੇ ਆਸ-ਪਾਸ ਦੇਖ ਕੇ ਵਿਉਂਤਬੰਦੀ ਬਣਾ ਲਈ ਹੈ। ਆਟਾ ਜੁੱਧ ਕੀ ਜਹ ਕਹਿ ਧੀਰ। ਤੇ ਬਹੁਤ ਜੰਗੀ ਸਮਾਨ ਗਰੀਬ ਨਿਵਾਜ ਸਤਿਗੁਰੂ ਜੀ ਲੈ ਕੇ ਆਏ ਹਨ। ਬਹੁਤ ਸਾਰੇ ਸ਼ਸਤਰ ਨਵੇਂ ਜਿਹੜੇ ਤਿਆਰ ਕਰਵਾਏ ਸਨ, ਉਹ ਨਾਲ ਲੈ ਕਰਕੇ ਗੁਰੂ ਕੇ ਜਰਨੈਲ ਯੋਧੇ ਹਾਜ਼ਰ ਹੋਏ ਹਨ। ਤਾਲ ਤੀਰ ਫਲ ਫਲ ਅਵੇ ਲੋਕਾ। ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਾਲ ਤੀਰ ਥਲ ਭਲ ਅਵਲੋਕਾ, ਗੁਰੂ ਕੇ ਸੇਵਕਾਂ ਨੇ ਇੱਕ ਸੋਹਣੀ ਪੱਧਰੀ ਤਲਾਬ ਦੇ ਕੋਲ ਹੀ ਛੇਵੇਂ ਪਾਤਸ਼ਾਹ ਜੀ ਵਾਸਤੇ ਇੱਕ ਜਗ੍ਹਾ ਸੋਹਣੀ ਦੇਖੀ ਹੈ। ਤੇ ਸਤਿਗੁਰਾਂ ਦੇ ਵਾਸਤੇ ਸੋਹਣਾ ਸ਼ਮਿਆਨਾ, ਬੜਾ ਖੂਬਸੂਰਤ ਜਿਹੜਾ ਕੀਮਤੀ ਤੰਬੂ ਹੈ, ਉਹ ਸਭ ਤੋਂ ਜਿਹੜੀ ਸੋਹਣੀ ਜਗ੍ਹਾ ਗੁਰੂ ਕੇ ਪਿਆਰਿਆਂ ਨੂੰ ਲੱਗੀ। ਉਸ ਜਗ੍ਹਾ ਨੂੰ ਦੇਖ ਕੇ ਸਫਾਈ ਕਰਕੇ ਤੇ ਉੱਥੇ ਸੋਹਣਾ ਜਿਹੜਾ ਤੰਬੂ ਹੈ ਪਾਤਸ਼ਾਹ ਜੀ ਦਾ ਲਗਾ ਦਿੱਤਾ ਗਿਆ ਹੈ। ਤੇ ਉਹਦੇ ਵਿੱਚ ਗੁਰੂ ਕੇ ਪਿਆਰਿਆਂ ਨੇ ਗੱਡਿਆਂ ਦੇ ਉੱਪਰ ਲੱਦ ਕੇ ਕੁਛ ਪਲੰਗੇ ਨਾਲ ਲੈ ਕੇ ਚੱਲਦੇ ਸਨ। ਸੋਹਣਾ ਜਿਹੜਾ ਪਲੰਗਾ ਹੈ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਡਾਇਆ ਹੈ। ਤੇ ਉੱਤਰ ਉਹਦੇ ਉੱਪਰ ਸੁੰਦਰ ਪੁਸ਼ਾਕੇ ਕੱਪੜੇ ਰੇਸ਼ਮੀ ਵਿਛਾ ਦਿੱਤੇ ਗਏ ਹਨ। ਵਸਤਰ ਆਸਤਰਨ ਕਰ ਬੈਠ ਸੁਹਾਏ, ਤੇ ਸੋਹਣੀ ਵਿਛਾਈ ਦੇ ਉੱਪਰ ਪਲੰਗੇ ਦੇ ਉੱਪਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜਮਾਨ ਹੋਏ ਹਨ। ਬਹੁਤ ਵੱਡੀ ਸ਼ੋਭਾ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ। ਤੇ ਸਤਿਗੁਰਾਂ ਤੋਂ ਦੂਸਰੀ ਦਿਸ਼ਾ ਦੇ ਵਿੱਚ ਰਾਏ ਜੋਧ ਦੇ ਜਿਹੜੇ ਸੈਨਿਕ ਸਨ, ਉਹਨਾਂ ਨੇ ਵੀ ਇੱਕ ਖੂਬਸੂਰਤ ਜਗ੍ਹਾ ਦੇਖੀ ਹੈ। ਤੇ ਰਾਏ ਜੋਧ ਸਰਦਾਰ ਜਿਹੜਾ ਹੈ ਉਹਦੇ ਵਾਸਤੇ ਵੀ ਸੋਹਣਾ ਜਿਹੜਾ ਤੰਬੂ ਉਹ ਲਾ ਦਿੱਤਾ ਗਿਆ ਹੈ। ਆਪਣੀ ਆਪਣੀ ਸੈਨਾ ਨੇ ਆਪਣੇ ਆਪਣੇ ਆਗੂ ਵਾਸਤੇ ਸੋਹਣੇ ਸੋਹਣੇ ਜਿਹੜੇ ਤੰਬੂ ਖੂਬਸੂਰਤ ਢੰਗ ਦੇ ਨਾਲ ਲਗਾ ਦਿੱਤੇ ਹਨ। ਤੇ ਰਾਏ ਜੋਧ ਵੀ ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਵਿਸਰਾਮ ਕਰਨ ਵਾਸਤੇ, ਕੁਝ ਸਮਾਂ ਆਰਾਮ ਕਰਨ ਵਾਸਤੇ ਉੱਥੇ ਪਏ ਹਨ। ਕਹਿਣ ਲੱਗੇ ਕਿ ਉਹ ਜਿਹੜਾ ਤਲਾਬ ਹੈ, ਕਵੀ ਜੀ ਲਿਖਦੇ ਹਨ, ਕਹਿਣ ਲੱਗੇ ਉਸ ਤਲਾਬ ਦੇ ਕੋਲ ਇਸ ਵੇਲੇ ਹੁਣ ਇੱਕ ਨਗਰ ਲਹਿਰਾ ਹੈ ਤੇ ਦੂਜੇ ਨਗਰ ਦਾ ਨਾਮ ਮਹਿਰਾਜ। ਜਿੱਥੇ ਉਸ ਜਗ੍ਹਾ ਤੇ ਤਲਾਬ ਤੇ ਜਿੱਥੇ ਕਦੇ ਛੇਵੇਂ ਪਾਤਸ਼ਾਹ ਜੀ ਦਾ ਬਹੁਤ ਵੱਡਾ ਯੁੱਧ ਹੋਇਆ ਹੈ, ਉਹਦੇ ਦੋਵੇਂ ਪਾਸੇ 2-2 ਕੋਹ ਦੀ ਦੂਰੀ ਤੇ ਇਹ ਦੋ ਨਗਰ ਹੁਣ ਵਸੇ ਹੋਏ ਹਨ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਹੁਤ ਸਮਾਂ ਬਾਅਦ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਗਰੀਬ ਨਿਵਾਜ ਸੱਤਵੇਂ ਪਾਤਸ਼ਾਹ ਜੀ ਜਦੋਂ ਇੱਥੇ ਆਏ ਸਨ ਸਤਿਗੁਰਾਂ ਦੇ ਸਥਾਨ ਤੇ ਜਿੱਥੇ ਯੁੱਧ ਹੋਇਆ ਸੀਗਾ, ਇਹਨਾਂ ਨੇ ਫਿਰ ਆਪਣੇ ਪਵਿੱਤਰ ਹੱਥਾਂ ਦੇ ਨਾਲ ਇਹ ਜਿਹੜੇ ਦੋ ਨਗਰ ਸਨ ਇਹਨਾਂ ਨੂੰ ਵਸਾਇਆ ਸੀਗਾ। ਪਹੁੰਚੇ ਸ਼੍ਰੀ ਹਰਿ ਰਾਏ ਜਬ ਗ੍ਰਾਮ ਵਸਾਏ ਸਾਜ, ਸੋਹਣੇ ਆਪਣੇ ਤਰੀਕੇ ਦੇ ਨਾਲ ਸਵਾਰ ਕੇ ਇਸ ਉਜਾੜ ਭੜੀ ਜਗ੍ਹਾ ਦੇ ਵਿੱਚ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਉਸ ਵੇਲੇ ਫਿਰ ਸੋਹਣੇ ਇਹ ਨਗਰ ਵਸਾ ਕੇ ਤੇ ਇਸ ਧਰਤੀ ਨੂੰ, ਉਜੜੀ ਹੋਈ ਧਰਤੀ ਨੂੰ ਭਾਗ ਲਾਏ ਸਨ। ਤੇ ਇਸ ਤਲਾਬ ਦੇ ਦੋਵੇਂ ਪਾਸੇ 2-2 ਕੋਹ ਤੇ ਇਹ ਸੋਹਣੇ ਦੋ ਨਗਰ ਹਨ। ਲਹਿਰਾ ਤੇ ਮਹਿਰਾਜ ਇਹਨਾਂ ਦੇ ਸੁੰਦਰ ਨਾਮ ਹਨ। ਤੇ ਸੱਤਵੇਂ ਪਾਤਸ਼ਾਹ ਜੀ ਨੇ ਇਹ ਨਗਰ ਵਸਾਏ ਸਨ। ਤੇ ਕਵੀ ਜੀ ਕਹਿਣ ਲੱਗੇ ਕਿ ਹੁਣ ਮੈਂ ਤੁਹਾਨੂੰ ਅਗਲੀ ਜਿਹੜੀ ਕਥਾ ਉਹ ਪਿਆਰ ਸਹਿਤ ਸੁਣਾਉਂਦਾ ਹਾਂ। ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤਲਾਬ ਦੇ ਕੋਲ ਜਿੱਥੇ ਬਹੁਤ ਵੱਡਾ ਤੀਸਰਾ ਯੁੱਧ ਹੋਣਾ ਹੈ, ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਹੁੰਚ ਚੁੱਕੇ ਹਨ। ਉਸ ਜਗ੍ਹਾ ਤੇ ਸਜੇ ਹੋਏ ਹਨ।
ਜਿਹਦੇ ਆਸ-ਪਾਸ ਉਸ ਵੇਲੇ ਜੰਗਲੀ ਏਰੀਏ ਦੇ ਵਿੱਚ ਉਜਾੜ ਹੀ ਉਜਾੜ ਨਜ਼ਰ ਆਉਂਦੀ ਸੀਗੀ। ਨਹੀਂ ਗ੍ਰਾਮ ਨੇਰੇ ਨਹਿ ਪਾਣੀ। ਤੇ ਕਹਿਣ ਲੱਗੇ ਉਸ ਵੇਲੇ ਨਾ ਤਾਂ ਕੋਈ ਨੇੜੇ ਨਗਰ ਸੀਗਾ ਤੇ ਨਾ ਹੀ ਹੋਰ ਕਿਤੇ ਪਾਣੀ ਦਾ ਪ੍ਰਬੰਧ ਸੀਗਾ। ਦੋਏ ਵਵਾਸ ਮਹਾਗੁਣ ਖਾਨੀ। ਇੱਥੇ ਫਿਰ ਆ ਕੇ ਛੇਵੇਂ ਪਾਤਸ਼ਾਹ ਜੀ ਨੇ ਰਹਿਣ ਬਸੇਰਾ ਕੀਤਾ ਹੈ, ਤਿਆਰੀ ਕੀਤੀ ਹੈ, ਜੰਗ ਵਾਸਤੇ ਢੰਗ ਸੋਚਿਆ ਹੈ, ਮੋਰਚਾਬੰਦੀ ਕੀਤੀ ਹੈ, ਸਾਰੀ ਤਿਆਰੀ ਪਾਤਸ਼ਾਹ ਜੀ ਨੇ ਪਹਿਲਾਂ ਹੀ ਆ ਕੇ ਇੱਥੇ ਕਰ ਲਈ ਹੈ। ਸਭ ਸੁਭਗਨ ਕੋ ਦੀਨ ਸੁਨਾਈ। ਤੇ ਸਤਿਗੁਰਾਂ ਨੇ ਫਿਰ ਹੁਣ ਆਪਣੇ ਸਾਰੇ ਯੋਧਿਆਂ ਨੂੰ ਇਕੱਠਾ ਕੀਤਾ ਤੇ ਸਤਿਗੁਰਾਂ ਨੇ ਕੁਛ ਬਚਨ ਕੁਛ ਹੁਕਮ ਉਹਨਾਂ ਵਾਸਤੇ ਕੀਤੇ ਹਨ। ਰਹੋ ਸੁਚੇਤ ਕਰੋ ਟਕਰਾਈ। ਭਾਈ ਹੁਣ ਸਾਰੇ ਜਾਣੇ ਸੁਚੇਤ ਹੋ ਜਾਵੋ ਤੇ ਤਗੜੀ ਜਿਹੜੀ ਮੋਰਚਾਬੰਦੀ ਹੈ ਢੰਗ ਤਰੀਕੇ ਦੇ ਨਾਲ ਸੂਝਵਾਨ ਬਾਬਾ ਵਿਧੀ ਚੰਦ ਜੀ ਵਰਗੇ ਹੋਰ ਅਨੇਕਾਂ ਜਰਨੈਲ ਹਨ ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ ਹੁਣ ਸੋਹਣੀ ਜਿਹੜੀ ਆਪਣੇ ਕੋਲ ਸਮਾਂ ਹੈ, ਮੋਰਚਾਬੰਦੀ ਕਰੋ ਤੇ ਆਪਣੇ ਆਪਣੇ ਮੋਰਚੇ ਸੰਭਾਲ ਲਵੋ ਜੀ। ਰਿਪਗਨ ਪਹੁੰਚੇ ਹੀ ਜਬ ਅਜਾਨੋ। ਤੇ ਦੁਸ਼ਮਣਾਂ ਦਾ ਜਿਹੜਾ ਦਲ ਹੈ ਉਹ ਵੀ ਹੁਣ ਕੁਝ ਕੁ ਸਮੇਂ ਦੇ ਵਿੱਚ ਹੀ ਇੱਥੇ ਪਹੁੰਚਣ ਵਾਲਾ ਹੈ, ਪਹੁੰਚ ਜਾਵੇਗਾ ਤੇ ਤੁਸੀਂ ਪਹਿਲਾਂ ਹੀ ਆਪਣੀ ਤਿਆਰੀ ਕਰ ਲਵੋ ਜੀ। ਤੇ ਜਦੋਂ ਤੁਹਾਨੂੰ ਦੂਰ ਤੋਂ ਦੁਸ਼ਮਣ ਆਉਂਦਾ ਜਾਪੇ ਤੇ ਸਤਿਗੁਰਾਂ ਨੇ ਬਚਨ ਕੀਤਾ ਕੇਵਲ 2 ਕੁ ਜਿਹੜੀਆਂ ਗੋਲੀਆਂ ਬੰਦੂਕਾਂ ਉਹਨਾਂ ਨੂੰ ਚਲਾਵੋ ਤੇ ਇਹ ਨਿਸ਼ਾਨੀ ਵਜੋਂ ਉਹਨਾਂ ਨੂੰ ਲਲਕਾਰੋ ਜਦੋਂ ਉਹ ਆਉਣਗੇ। ਇਹ ਇੱਕ ਤਰੀਕਾ ਸੀਗਾ ਦੁਆਲੇ ਦੁਆਲੇ ਮੋਰਚਾਬੰਦੀ ਕਰਨ ਦਾ ਤੇ ਦੁਸ਼ਮਣਾਂ ਦੇ ਉੱਪਰ ਗੋਲੀ ਚਲਾ ਕੇ ਤੇ ਉਹਨਾਂ ਨੂੰ ਉਧਰ ਖਿੱਚਣ ਦਾ, ਤਾਂ ਕਿ ਸਾਡੇ ਮੋਰਚੇ ਦੇ ਵਿੱਚ ਉਹ ਆ ਕੇ ਫਸ ਜਾਣ। ਇਸ ਕਰਕੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਭਾਈ ਮੋਰਚਾਬੰਦੀ ਕਰਕੇ ਤੇ ਵਿੱਚ 2 ਜਿਹੜੇ ਗੋਲੀਆਂ ਚਲਾਉਣ ਵਾਲੇ ਸੈਨਿਕ ਹਨ ਉਹ ਉਹਨਾਂ ਨੂੰ ਇਸ਼ਾਰਾ ਕਰਨ ਤੇ ਕਹਿਣ ਲੱਗੇ ਕਿ ਭਾਈ ਗੁਰ ਪ੍ਰਤਾਪ ਤੇ ਚੜ੍ਹ ਰਿਪ ਬਣੇ। ਗੁਰੂ ਦੇ ਪ੍ਰਤਾਪ ਦੇ ਨਾਲ ਵਿਉਂਤਬੰਦੀ ਦੇ ਨਾਲ ਜਦੋਂ ਦੁਸ਼ਮਣ ਵਿੱਚ ਆ ਕੇ ਫਸ ਜਾਏਗਾ ਤੇ ਵੱਡਾ ਕਾਲੀ ਦੇ ਨਾਲ ਗੁੱਸੇ ਦੇ ਵਿੱਚ ਜਿਹੜਾ ਬਾਦਸ਼ਾਹ ਦਾ ਹੰਕਾਰਿਆ ਹੋਇਆ ਦਲ ਜਦੋਂ ਵਧੇਗਾ ਇਸ ਪਾਸੇ ਆਏਗਾ, ਆਏ ਸਮੂਹ ਸੁਗਮ ਹੀ ਹਨੈ। ਕਹਿਣ ਲੱਗੇ ਇਕੱਠਿਆਂ ਹੀ ਫਿਰ ਵੱਡਾ ਹਮਲਾ ਕਰਕੇ ਸਾਰਿਆਂ ਨੂੰ ਖਤਮ ਕਰ ਦਵੋ ਜੀ। ਤੇ ਜਿਸ ਤਰ੍ਹਾਂ ਬਾਬਾ ਵਿਧੀ ਚੰਦ ਜੀ ਕਿਲੇ ਦੇ ਵਿੱਚੋਂ ਘੋੜੇ ਕੱਢ ਕੇ ਲੈ ਕੇ ਆਏ ਤੇ ਉਹਨਾਂ ਨੂੰ ਕਲੰਕਿਤ ਕੀਤਾ ਹੈ, ਉਹਨਾਂ ਦਾ ਜਿਹੜਾ ਹੰਕਾਰ ਹੈ ਉਹਦਾ ਨਾਸ਼ ਕਰ ਦਿੱਤਾ ਸੀਗਾ। ਜਿਹੜਾ ਬਾਦਸ਼ਾਹ ਕਹਿੰਦਾ ਸੀ ਮੇਰੇ ਕਿਲੇ ਦੇ ਵਿੱਚ ਪਰਿੰਦਾ ਵੀ ਪਰ ਨਹੀਂ ਸੀ ਮਾਰ ਸਕਦਾ, ਉਸ ਕਿਲੇ ਦੇ ਵਿੱਚੋਂ 2 ਘੋੜੇ ਲਿਆ ਕਰਕੇ ਬਾਬਾ ਵਿਧੀ ਚੰਦ ਜੀ ਨੇ ਪਹਿਲਾਂ ਹੀ ਇੱਕ ਵਾਰੀ ਇਹਨਾਂ ਦੁਸ਼ਮਣਾਂ ਦਾ ਹੰਕਾਰ ਤੋੜਿਆ ਹੈ ਤੇ ਦੁਬਾਰਾ ਅਸੀਂ ਫਿਰ ਤੋੜਾਂਗੇ। ਔਰ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਹੇ ਸੂਰਮਿਓ, ਬਾਬਾ ਵਿਧੀ ਚੰਦ ਜੀ ਦੀ ਦਲੇਰੀ ਦੇ ਵਾਂਗ ਤੁਸੀਂ ਵੀ ਜੰਗ ਦੇ ਮੈਦਾਨ ਦੇ ਵਿੱਚ ਵੱਡੀ ਦਲੇਰੀ ਵਿਖਾਉਣੀ ਹੈ ਤੇ ਆਪਾਂ ਦੁਸ਼ਮਣਾਂ ਦੇ ਉੱਤੇ ਵੱਡਾ ਹਮਲਾ ਕਰਕੇ ਤੇ ਜਿੱਤ ਪ੍ਰਾਪਤ ਕਰਨੀ ਹੈ। ਆਪਣੇ ਆਪਣੇ ਮੋਰਚੇ ਸੰਭਾਲ ਲਵੋ ਤੇ ਜਰਨੈਲ ਨਾਲ ਚੱਲਣਗੇ ਤੇ ਉਸ ਢੰਗ ਦੇ ਨਾਲ ਤੁਸੀਂ ਆਪਣੀ ਆਪਣੀ ਜਗ੍ਹਾ 'ਤੇ ਤਿਆਰ ਬਰ ਤਿਆਰ ਹੋ ਜਾਵੋ। ਸਤਿਗੁਰਾਂ ਨੇ ਹੁਕਮ ਕਰ ਦਿੱਤਾ ਹੈ ਤੇ ਜਿਸ ਤਰ੍ਹਾਂ ਫਿਰ ਹੁਣ ਦੁਸ਼ਮਣਾਂ ਦਾ ਦਲ ਆਏਗਾ ਤੇ ਗੁਰੂ ਕੇ ਪਿਆਰੇ ਜਿਵੇਂ ਯੁੱਧ ਕਰਨਗੇ ਅਗਲੇ ਦਿਨਾਂ ਦੇ ਵਿੱਚ ਆਪਾਂ ਇਤਿਹਾਸ ਵਿਸਥਾਰ ਦੇ ਨਾਲ ਸਰਵਣ ਕਰਾਂਗੇ। ਸਮਾਂ ਸਮਾਪਤ ਹੈ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ। ਆਓ ਸਰਬੱਤ ਦੇ ਭਲੇ ਵਾਸਤੇ ਕੁਝ ਕੁ ਸਮਾਂ ਸਾਰੀ ਸੰਗਤ ਨਾਨਕ ਕੈ ਘਰ ਕੇਵਲ ਨਾਮ, ਕੁਝ ਕੁ ਸਮਾਂ ਆਪਾਂ ਸਿਮਰਨ ਦੇ ਵਿੱਚ ਹਾਜ਼ਰੀ ਭਰੀਏ। ਅਦਬ ਸਤਿਕਾਰ ਸਹਿਤ ਸਾਰੀ ਸੰਗਤ ਉਚਾਰਨ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬੱਤ ਦਾ ਭਲਾ। हे गोविंद हे गोपाल हे दयाल लाल प्राणनाथ अनाथ सखे
दीन दर्द निवार, हे समरथ अगम पूरन, मोहि मैया तार। अंधकूप महापयान, नानक पार। आए प्रभ शरणागति, कृपा निध दयाल। एक अखर हर मन बसत, नानक होत निहाल। एक अखर हर मन बसत, नानक होत निहाल। वाहिगुरु जी का खालसा, वाहिगुरु जी की फतेह। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।